ਅਕਾਲੀ ਦਲ ਦੇ ਮਹੇਸ਼ਿੰਦਰ ਸਿੰਘ ਗਰੇਵਾਲ ਜੀ ਦਾ ਵੀ ਨਾਮ ਬਹੁਤ ਵੱਜ ਰਿਹਾ। ਅੱਜ ਵੀ ਤੁਸੀਂ ਦੇਖੋ ਜਿੰਨੇ ਵੀ ਸਕੂਲ ਦੇ ਸਟੂਡੈਂਟਸ हैं टॉप इंडस्ट्रीज ਨੂੰ ਉਹ ਚਲਾ ਰਹੇ ਲੁਧਿਆਣੇ ਦੀ। ਡਿਪਟੀ ਕਮਿਸ਼ਨਰ ਸਾਹਿਬ ਦਾ ਧਰਮ ਬਣਦਾ ਹੈ ਕਿ ਇਹਦੇ 'ਚ ਇੰਟਰਵੀਨ ਕਰਨ। ਉੱਥੇ ਸਿਰਫ ਉੱਥੇ ਕੋਈ ਬਿਲਡਿੰਗਾਂ ਬਣ ਗਈਆਂ, ਬਿਲਡਿੰਗਾਂ ਬਣ ਕੇ ਵਿਕ ਵੀ ਗਿਆ। ਉਹ ਸੁਨੀਲ ਮੜੀਆ, ਜਿਹੜਾ ਸੁਨੀਲ ਚੰਦ ਮੜੀਆ ਹੈਗਾ, ਕਦੇ ਸੁਨੀਲ ਚੰਦ ਬਣ ਜਾਂਦਾ, ਕਦੇ ਸੁਨੀਲ ਮੜੀਆ ਬਣ ਜਾਂਦਾ, ਕਦੇ ਸੁਨੀਲ ਕਮਾਲ ਮੜੀਆ ਬਣ ਜਾਂਦਾ, ਕਦੇ ਸੁਨੀਲ ਦੱਤ ਮੜੀਆ ਬਣ ਜਾਂਦਾ, ਕਦੇ ਸੁਨੀਲ ਦੱਤ ਬਣ ਜਾਂਦਾ। ਅਕੈਡਮੀ ਨੂੰ ਇੱਥੇ ਸਬਲੈਟ ਕਰ ਦਿੱਤਾ ਗਿਆ। ਸੋ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ? ਮਤਲਬ ਇਹ ਸਾਨੂੰ ਸੱਚੀ ਅੱਜ ਸਾਡਾ ਸ਼ਰਮਾ ਸਿਰ ਝੁਕ ਗਿਆ ਵੀ ਅਸੀਂ ਸੋਚਦੇ ਹਾਂ ਵੀ ਸਕੂਲ ਨੂੰ ਕੀ ਹੋ ਗਿਆ। ਪਹਿਲੀ ਗੱਲ ਤਾਂ ਇਹ ਹੈ ਕਿ ਉਹ ਸੁਸਾਇਟੀ ਨੇ ਉਹ ਕਿੱਦਾਂ ਅਲਾਓ ਕਰ ਦਿੱਤਾ ਆਪਣੇ ਸਕੂਲ ਨੂੰ ਇਸ ਤਰੀਕੇ ਨਾਲ ਇੱਕ ਬੰਦ ਹੋਣ ਦੀ ਕਗਾਰ 'ਤੇ ਪਹੁੰਚਾ ਕੇ ਦੂਸਰੀਆਂ ਚੀਜ਼ਾਂ ਜਿਹੜੀਆਂ ਉੱਥੇ ਸ਼ੁਰੂ ਕਰ ਲਈਆਂ, ਪ੍ਰੋਫਿਟ ਮੋਟਿਵ ਬਣਾ ਲਿਆ ਪ੍ਰਾਪਰਟੀ ਦੀ ਯੂਟਿਲਾਈਜੇਸ਼ਨ ਨੂੰ, ਜਿਹੜਾ ਇੱਕ ਪਬਲਿਕ ਪਰਪਸ ਸੀ ਐਜੂਕੇਸ਼ਨ ਦਾ ਬੜਾ ਇੱਕ ਨਾਮ ਸੀ ਨਿਊ ਸਕੂਲ ਦਾ ਸਟੇਟਸ ਅੱਛਾ ਸਕੂਲ ਸੀਗਾ ਜਿਹਦੇ ਵਿੱਚ ਬੜੀ ਅੱਛੀ ਕੁਆਲਿਟੀ ਐਜੂਕੇਸ਼ਨ ਮਿਲਦੀ ਸੀ। ਉਹ ਸਕੂਲ ਦੇ ਬੜੇ ਅੱਛੇ ਜਿਹੜੇ ਐਲੂਮਨੀ ਹੈ, ਪੜ੍ਹੇ ਲੋਕ ਹੈ, ਅੱਜ ਬੜੀਆਂ ਵੱਡੀਆਂ ਸ਼ਖਸੀਅਤ ਦੇ ਤੌਰ ਤੇ ਸਾਨੂੰ ਪਤਾ ਹੈ ਕਿ ਪਹਿਚਾਨੇ ਜਾਂਦੇ ਨੇ। ਸੋ ਉਹ ਜਿਹੇ ਸਕੂਲ ਨੂੰ ਵੀ ਇੱਕ ਬੰਦ ਹੋਣ ਦੇ ਕਗਾਰ ਤੇ ਪਹੁੰਚਾਤਾ ਉਸ ਸੁਸਾਇਟੀ ਨੇ। ਇਹ ਸੁਸਾਇਟੀ ਨੂੰ ਹੀ ਦੇਖਣਾ ਚਾਹੀਦਾ ਕਿ ਉਹ ਕੀ ਕਰ ਰਹੇ ਆ। ਨੋਮੀਨੇਟਡ ਚੇਅਰਮੈਨ ਆ ਗਏ, ਉਹ ਵਿਦ ਪੋਲੀਟੀਕਲ ਇੰਟਰਸਟ ਆ ਗਏ। ਅੱਛਾ ਜੀ। ਤੇ ਉਹ ਪੋਲੀਟੀਕਲ ਇੰਟਰਸਟਡ ਜਿਹੜੇ ਲੋਕ ਜਿਹੜੇ ਆਏ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਔਰ ਉਹ ਵਾਇਲੇਸ਼ਨਸ ਕਿਉਂ ਕੀਤੀਆਂ ਗਈਆਂ ਔਰ ਉਹਨਾਂ ਦੇ ਕੰਸੀਕੁਐਂਸਸ ਜਿਹੜੇ ਆ ਪਰਸਨਲ ਬੈਨੀਫਿਟਸ ਲਈ ਕੀਤੇ ਗਏ, ਉਹਨਾਂ ਦਾ ਪਤਾ ਲੱਗਣਾ ਚਾਹੀਦਾ। ਜੇ ਅੱਜ ਕਿਸੇ ਚੇਅਰਮੈਨ ਨੇ ਆਪਣੀ ਮਰਜ਼ੀ ਨਾਲ ਕੁਝ ਬਣਾਤਾ ਤਾਂ ਦੂਸਰੇ ਚੇਅਰਮੈਨ ਆਪਣੀ ਮਰਜ਼ੀ ਨਾਲ ਉਹਨੂੰ ਬਦਲ ਦੇਣ। ਔਰ ਮੜੀਆ ਗਰੁੱਪ ਹੈ ਜਿਹੜਾ, ਮੜੀਆ ਗਰੁੱਪ ਦੇ ਜਿਹੜੇ ਹੈੱਡ ਹੈ ਜਾਂ ਉਹਨਾਂ ਦੇ ਨਾਲ ਜਿਹੜੇ ਗਰੁੱਪ ਮੈਂਬਰਸ ਹੈ, ਉਹਨਾਂ ਨੇ ਵਾਇਲੇਸ਼ਨਸ ਕੀਤੀਆਂ ਆਪਣੀ ਮਰਜ਼ੀ ਦੇ ਨਾਲ। ਉਹ ਨੈਚੁਰਲੀ ਦੇ ਆਰ ਡਿਫਾਲਟਰਸ, ਉਹਨਾਂ ਤੇ ਐਕਸ਼ਨ ਬਣਦਾ। ਹਾਈ ਕੋਰਟ ਦਾ ਕੋਈ ਡਰ ਹੈਗਾ? ਕਿਉਂਕਿ ਮੈਨੂੰ ਇਹ ਪਤਾ ਹੈ ਕਿ ਜਿਸ ਇਲਾਕੇ 'ਚ ਸਕੂਲ ਹੈਗਾ ਉਸ ਇਲਾਕੇ 'ਚ ਬਹੁਤ ਸਾਰੇ ਹੋਰ ਵੀ ਇੱਦਾਂ ਦੇ ਅਨਲੌਫੁਲ ਐਕਟੀਵਿਟੀਜ਼ ਹੋਈਆਂ ਜਿਹਦੇ ਵਿੱਚ ਹਾਈ ਕੋਰਟ ਦੇ ਵਿੱਚ PIL ਲੱਗਣ ਤੋਂ ਬਾਅਦ ਡਿਸੀਜ਼ਨ ਵੀ ਆ ਗਏ, ਉਹਨਾਂ ਦੇ ਸੂਓ ਮੋਟੋ ਵੀ ਲਿੱਤੇ ਜਾ ਚੁੱਕੇ ਹੈ ਕੋਰਟ ਵੱਲੋਂ ਆਪਣੇ ਆਪ, ਤੇ ਉਹਨਾਂ 'ਤੇ ਵੀ ਕੁਝ ਐਕਸ਼ਨ ਨਹੀਂ ਹੋਇਆ। ਮਤਲਬ ਔਰ ਕਿਉਂਕਿ ਅਲਟੀਮੇਟਲੀ ਜਿਹੜਾ ਡਿਸੀਜ਼ਨ ਹੈ, ਮਤਲਬ ਐਕਸ਼ਨ ਹੈ, ਉਹ ਕਰਨਾ ਤਾਂ ਇਹਨਾਂ ਲੋਕਾਂ ਨੇ ਹੀ ਹੈ। ਉਹ ਕਹਿੰਦੇ ਜੇ ਮਾਨਨੀय ਕੋਰਟ ਨੇ ਆਰਡਰ ਵੀ ਕਰਤੇ ਤੇ ਉਸ ਤੋਂ ਬਾਅਦ ਵੀ ਐਕਸ਼ਨ ਤਾਂ ਸਾਡੇ ਕੋਲ ਹੀ ਆਣਾ। ਉਹ ਤਾਂ ਅੱਜ ਦੇ ਟਾਈਮ 'ਚ ਇਹ ਕਹਿੰਦੇ ਕਿ ਜੀ ਜੋ ਮਰਜ਼ੀ ਹੋ ਜਾਏ, ਕੁੱਲ ਮਿਲਾ ਕੇ ਬੰਦੇ ਤਾਂ ਅਸੀਂ ਹੀ ਕੰਮ ਕਰਨ ਵਾਲੇ, ਤੁਸੀਂ ਜਾਇਓ ਕਿੱਥੇ ਜਾਣਾ। ਉਹ ਤਾਂ ਬੜੇ ਸ਼ਕਤੀਵਾਨ ਆਪਣੇ ਆਪ ਨੂੰ ਬਾਹੂਬਲੀ ਦੱਸਦੇ। ਫਿਰ ਇਹੋ ਜਿਹੇ ਟਾਈਮ 'ਚ ਕਿੰਨੀ ਕੁ ਸਾਡੇ ਕੋਲ ਅਥਾਰਟੀ, ਸਾਡੇ ਰਾਈਟਸ, ਸਾਡੀ ਮਤਲਬ ਇੱਕ ਚੀਜ਼ ਰਹਿ ਜਾਂਦੀ ਹੈ ਕਿ ਸਾਨੂੰ ਕਿਤੇ ਕਦੀ ਇਨਸਾਫ ਮਿਲੇਗਾ। ਨਹੀਂ ਤਾਂ ਇੱਦਾਂ ਤਾਂ ਤੁਸੀਂ ਦੇਖੋ ਨਾ, ਇਹ ਸ਼ਾਇਦ 2000 ਕਰੋੜ ਤੋਂ ਉੱਪਰ ਦਾ ਘੁਟਾਲਾ ਦੱਸਿਆ ਜਾਂਦਾ ਹੈ, ਪਰ ਸਰਕਾਰਾਂ ਵੱਡੇ ਘੁਟਾਲੇ ਮਤਲਬ ਦਿਖਾ ਦਿੰਦੀ ਹੈ ਕਿ ਅਸੀਂ ਆਹ ਫੜ ਲਿਆ, ਅਸੀਂ ਆਹ ਕਰ ਲਿਆ, ਇੰਨੇ ਦਾ ਘੁਟਾਲਾ। ਇੱਧਰ ਕੋਈ ਧਿਆਨ ਹੀ ਨਹੀਂ ਦੇ ਰਿਹਾ, ਨਾ ਵਿਪਕਸ਼, ਨਾ ਪਕਸ਼, ਨਾ ਵਿਪਕਸ਼, ਤੇ ਨਾ ਜਿਹੜੇ ਨਵੇਂ ਆ ਰਹੇ ਉਹ ਵੀ। ਕਿਹਾ ਜਾ ਰਿਹਾ ਕਿ ਇਹ ਸਕੂਲ ਫਾਈਨੈਂਸ਼ੀਅਲੀ ਸਿੱਖ ਹੋ ਗਿਆ ਸੀ, ਇਸ ਲਈ ਹੁਣ ਇਹ ਮਤਲਬ ਨਹੀਂ ਚੱਲ ਸਕਿਆ। ਇਹਦੇ ਵਿੱਚ ਕਿੱਦਾਂ ਦੀ ਸੱਚਾਈ ਹੈ, ਕੀ ਫੀਲ ਹੋ ਰਿਹਾ ਦੱਸੋ। ਬਟ ਇਟ ਇਜ਼ ਸ਼ੌਕਿੰਗ ਕਿ ਇਹ ਸਕੂਲ ਕਿਸੇ ਵਜ੍ਹਾ ਕਰਕੇ, ਜਿਹਦੇ 'ਚ ਮੇਨ ਰੀਜ਼ਨ ਨਜ਼ਰ ਆਉਂਦਾ ਹੈ ਕਿ ਮੈਨੇਜਮੈਂਟ ਦਾ। ਤੁਸੀਂ ਸੋਚ ਸਕਦੇ ਹੋ ਕਿ ਵੀ ਕਿੰਨੀਆਂ ਮੇਰੀਆਂ ਮਤਲਬ ਇਮੋਸ਼ਨਸ, ਕਿੰਨੀਆਂ ਯਾਦਾਂ ਜਿਹੜੀਆਂ ਮੇਰੀਆਂ ਜੁੜੀਆਂ। ਮੇਰਾ ਬਚਪਨ ਉੱਥੇ ਬੀਤਿਆ, ਲੇਕਿਨ ਉਹ ਇੱਕ ਮਨ ਦੇ ਵਿੱਚ ਟੀਸ ਦੀ ਉੱਠ ਜਾਂਦੀ ਹੈ ਜਦੋਂ ਆਪਾਂ ਉੱਥੋਂ ਦੀ ਲੰਘਦੇ ਹਾਂ ਤੇ ਆਪਣੇ ਸਕੂਲ ਦਾ ਉੱਥੇ ਨਾਮ ਨਹੀਂ। ਗੰਦੀ ਮਛਲੀ ਸਾਰਿਆਂ ਨੂੰ ਪਤਾ ਜੀ, ਇਹਨੂੰ ਨਾਮ ਦੇ ਕੇ ਆਪਾਂ ਹਾਈਲਾਈਟ ਕਿਉਂ ਕਰਨਾ। ਸੁਨੀਲ ਮੜੀਆ, ਉਹ ਲੋਕੇਸ਼ਨਾਂ ਇਹੋ ਜਿਹੀਆਂ ਹੈ ਹੀ ਨਹੀਂ ਕਿ ਜਿੱਥੇ ਕੋਈ ਸਕੂਲ ਜਿਹੜਾ ਹੈਗਾ ਉਹ ਨਾ ਚੱਲ ਸਕੇ ਜਾਂ ਫਲॉप ਹੋ ਜਾਏ। ਲੇਕਿਨ ਮੈਂ ਇਹ ਜ਼ਰੂਰ ਸਮਝਦਾ ਕਿ ਵੀ ਕੁਛ ਨਾ ਕੁਛ ਇਹੋ ਜਿਹੀ ਜ਼ਰੂਰ ਕਮੀ ਜਿਹੜੀ ਹੈ ਉਸ ਚੀਜ਼ ਨੂੰ ਹੈਂਡਲ ਕਰਨ ਦੇ ਵਿੱਚ ਹੋ ਗਈ। 2000 ਕਰੋੜ ਤੋਂ ਉੱਪਰ ਸਕੈਮ ਕਰਕੇ ਜ਼ਬਰਦਸਤ ਲੋਕੇਸ਼ਨਾਂ 'ਤੇ ਹੋਣ ਦੇ ਬਾਵਜੂਦ ਵੀ ਉਹ ਸਕੂਲ ਜਿਹੜੇ ਹੈਗੇ ਆ ਵੀ ਉਹ ਹੌਲੀ ਕਰਕੇ ਡਿਮਿਨਿਸ਼ ਕਰ ਗਏ। ਮੈਨੂੰ ਇਸ ਬਾਰੇ ਅੱਜ ਤੱਕ ਕੋਈ ਰੀਜ਼ਨ ਸਮਝ ਨਹੀਂ ਆਉਂਦਾ।
ਤੁਸੀਂ ਕਹਿ ਸਕਦੇ ਹੋ ਕਿ ਲੇਟੈਸਟ ਜਿਹੜੀ ਮੈਨੇਜਮੈਂਟਸ ਹੈਗੀਆਂ ਉਹਨਾਂ ਨੇ ਸ਼ਾਇਦ ਪ੍ਰੋਪਰ ਧਿਆਨ ਨਹੀਂ ਦਿੱਤਾ ਤੇ ਅੱਜ ਸਕੂਲ ਇਦਾਂ ਦੇ ਪੋਜੀਸ਼ਨ 'ਚ ਆ ਗਿਆ। ਸਕੂਲ ਤਾਂ ਜੀ ਦੇਖੋ ਉਹੀ ਜਿਹੜਾ ਸਾਡਾ ਬੈਨਰ ਹੈ ਨਾ ਨਿਊ ਹਾਈ ਸਕੂਲ ਦਾ, ਉਹਦੇ ਅੰਡਰ ਹੀ ਸਕੂਲ ਸਾਨੂੰ ਤਾਂ ਚੱਲੇ ਤੇ ਚੰਗਾ ਲੱਗੇਗਾ। ਫਰੈਂਡਸ ਨਾਲ ਹੋਰਾਂ ਨਾਲ ਵੀ ਡਿਸਕਸ਼ਨ ਕੀਤਾ। ਇਸ ਬਾਰੇ ਜੋ ਕੁਝ ਵੀ ਸਾਡਾ ਬੈਚ ਜਿਹੜਾ ਹੈ ਉਹ ਕਰ ਪਾਏਗਾ ਅਸੀਂ ਜ਼ਰੂਰ ਕਰਾਂਗੇ। छोटी मोटी चीज़ जनहितैषी, टीआरपी नहीं खरीदते, भरोसा जीतते हैं हम। ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ। ਇਸ ਵੇਲੇ ਦਾ ਸਾਡਾ ਮੁੱਦਾ ਇੱਕ ਵਾਰੀ ਫਿਰ ਹੈ ਲੁਧਿਆਣਾ ਸ਼ਹਿਰ ਦਾ ਨਿਊ ਹਾਈ ਸਕੂਲ। ਜੀ ਹਾਂ, ਨਿਊ ਹਾਈ ਸਕੂਲ ਜਿਹਦੇ ਤੇ ਜਿਹਨੂੰ ਪਰਸਨਲ ਇਸ ਚੀਜ਼ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਹਦੀ ਕਹਿ ਲਓ ਕਿ ਅਨਲੌਫੁਲ ਇਸਤੇਮਾਲ ਕੀਤਾ ਜਾ ਰਿਹਾ ਹੈ। ਇਲਜ਼ਾਮ ਲੱਗ ਰਿਹਾ ਹੈ ਸਕੂਲ ਦੀ ਮੈਨੇਜਮੈਂਟ ਕਮੇਟੀ ਤੇ ਜਿਹੜੇ ਮੈਨੇਜਮੈਂਟ ਕਮੇਟੀ ਦੇ ਪ੍ਰੈਜ਼ੀਡੈਂਟ ਹੈਗੇ ਆ ਸੁਨੀਲ ਮੜੀਆ ਜੀ ਤੇ ਸਰੇਆਮ ਆਰੋਪ ਲੱਗ ਰਿਹਾ ਕਿ ਉਹ ਇੱਕ ਚੰਗੀ ਭਲੀ ਸਿੱਖਿਆ ਸੰਸਥਾਨ ਜਿਹੜਾ ਕਿ ਸ਼ਹਿਰ ਦਾ ਗੌਰਵ ਹੁੰਦਾ ਸੀ, ਉਸ ਨੂੰ ਉਹਨਾਂ ਨੇ ਆਪਣੇ ਪਰਸਨਲ ਨਿੱਜੀ ਇਸਤੇਮਾਲਾਂ ਦੇ ਲਈ ਇਸਤੇਮਾਲ ਕਰਨ ਲਈ ਉਹਦੇ 'ਚ ਬੜੀ ਮੈਨੂਪੂਲੇਸ਼ਨ ਕੀਤੀ ਹੈ। ਇਸ ਮਾਮਲੇ ਦੇ ਵਿੱਚ ਪਿੱਛੇ ਰਜੇਸ਼ ਗੁਪਤਾ ਜੀ ਇੱਕ ਆਰਟੀਆਈ ਐਕਟਿਵਿਸਟ ਵੱਲੋਂ ਉਹਨਾਂ ਦੇ ਖਿਲਾਫ ਰਿਪਰੈਜ਼ੈਂਟੇਸ਼ਨ ਵੀ ਦਿੱਤੀ ਗਈ ਸੀ। ਸੋ ਸਾਰੇ ਮਾਮਲੇ 'ਚ ਪਤਾ ਲੱਗਿਆ ਕਿ ਕੁਝ ਨਵੀਂ ਡਿਵੈਲਪਮੈਂਟ ਹੋਈ ਹੈ। ਵਿਜੀਲੈਂਸ ਡਿਪਾਰਟਮੈਂਟ ਥੋੜਾ ਸਕਰੀਏ ਹੋ ਗਿਆ। ਸੋ ਜਾਣਦੇ ਹਾਂ ਐਕਸਪਰਟ ਜਿਹੜੇ ਹੈਗੇ ਐਡਵੋਕੇਟ ਪਿਊਸ਼ਕਾਂਤ ਜੈਨ ਜੀ ਕੋਲ ਆਏ हैं, जानते हैं की नवी डेवलपमेंट हुई है। नमस्कार सर। नमस्कार जी, संदीप जी। सर न्यू हाई स्कूल मामले च रिप्रेजेंटेशन एक गई सी, सानू पता लग्या उस मामले च विजिलेंस थोड़ी सक्रिय हो गई है। सो की डेवलपमेंट हुई है सर? संदीप जी, ये राजेश गुप्ता जी ਜਿਹੜੇ आरटीआई एक्टिविस्ट हैं और बड़े पब्लिक स्पिरिटेड पर्सन है, सोशल कॉजेज़ पब्लिक कॉजेज़ ਨੂੰ ਉਹ ਉਠਾਉਂਦੇ ਰਹਿੰਦੇ ਹੈ और अथॉरिटीज़ ਦੇ ਕੋਲ ਉਹਦੇ ਬਾਰੇ ਇਨਫੋਰਮੇਸ਼ਨ ਵੀ ਦਿੰਦੇ ਹੈ, ਰਿਪਰੈਜ਼ੈਂਟੇਸ਼ਨਸ ਦਿੰਦੇ ਹੈ ਤਾਂ ਕਿ ਉਹ ਮਸਲੇ ਜਿਹੜੇ ਹੈ ਉਹਨਾਂ ਨੂੰ ਹੱਲ ਕੀਤਾ ਜਾ ਸਕੇ ਔਰ ਕਿਤੇ ਵੀ ਜਿਹੜੀਆਂ ਅਨਲੌਫੁਲ ਐਕਟੀਵਿਟੀਜ਼ ਹੈ ਜਿੱਥੇ ਪਬਲਿਕ ਦਾ ਲਾਸ ਹੋ ਰਿਹਾ ਹੈ, ਪਬਲਿਕ ਦੀ ਹਰੈਸਮੈਂਟ ਹੋ ਰਹੀ ਹੈ, ਉਹਨਾਂ ਨੂੰ ਰੋਕਿਆ ਜਾ ਸਕੇ ਜੀ। ਸੋ ਇਸੇ ਹੀ ਸਿਲਸਿਲੇ ਦੇ ਵਿੱਚ ਉਹਨਾਂ ਨੇ ਇਹ ਮਸਲਾ ਜਿਹੜਾ ਹੈ ਉਹ ਲਿੱਤਾ ਸੀਗਾ। ਇੰਪਰੂਵਮੈਂਟ ਟਰਸਟ ਲੁਧਿਆਣਾ ਨੇ ਆਪਣੀ 475 ਏਕੜ ਡਿਵੈਲਪਮੈਂਟ ਸਕੀਮ ਜਿਹੜੀ ਕਰਤਾਰ ਸਿੰਘ ਸਰਾਭਾ ਨਗਰ ਦੀ ਬਣਾਈ ਸੀ, ਉਹਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਐਸਟੈਬਲਿਸ਼ ਕਰਨ ਦੇ ਲਈ ਜਗ੍ਹਾ ਈਅਰਮਾਰਕ ਕੀਤੀ ਸੀ ਜੀ। ਉਸ ਜਗ੍ਹਾ ਨੂੰ ਅਲਾਟ ਕੀਤਾ ਸੀ ਨਿਊ ਹਾਇਰ ਸੈਕੰਡਰੀ ਸਕੂਲ ਦੀ ਜਿਹੜੀ ਸੁਸਾਇਟੀ ਸੀ ਉਹਨੂੰ। ਉਸ ਸੁਸਾਇਟੀ ਨੂੰ ਅਲਾਟਮੈਂਟ ਦੀਆਂ ਕੰਡੀਸ਼ਨਸ ਇਹ ਸੀਗੀਆਂ ਕਿ ਉਹ ਇੱਕੋ ਹੀ ਸਕੂਲ ਇੱਕ ਇੰਟੀਗ੍ਰੇਟਿਡ ਤਰੀਕੇ ਦੇ ਨਾਲ ਉੱਥੇ ਚਲਾਇਆ ਜਾਏਗਾ ਜੀ ਔਰ ਉਹ ਪ੍ਰਾਇਮਰੀ ਸਕੂਲ ਜਿਹੜਾ ਹੈ ਉਹ ਹੋਏਗਾ ਜੀ। ਲੇਕਿਨ ਉਹਦੇ ਸਬਸੀਕੁਐਂਟਲੀ ਉਹ ਸੁਸਾਇਟੀ ਦੇ ਵਿੱਚ ਕੁਝ ਐਸੇ ਆਫਿਸ ਬੀਅਰਰਸ ਆਏ ਜਿਨ੍ਹਾਂ ਦੇ ਕੰਟਰੋਲ 'ਚ ਸੁਸਾਇਟੀ ਆ ਗਈ ਤਾਂ ਉਹਨਾਂ ਨੇ ਉਸ ਕੰਡੀਸ਼ਨਸ ਨੂੰ ਵਾਇਲੇਟ ਕਰਕੇ ਆਪਣੇ ਨਿੱਜੀ ਸਵਾਰਥਾਂ ਲਈ, ਆਪਣੇ ਪ੍ਰੋਫਿਟੀਅਰਿੰਗ ਲਈ, ਆਪਣੇ ਸੈਲਫਿਸ਼ ਮੋਟਿਵਸ ਲਈ ਉੱਥੇ ਡਿਫਰੈਂਟ ਫਰੈਗਮੈਂਟੇਸ਼ਨ ਕਰਕੇ ਉਸ ਲੈਂਡ ਦੀ ਲੀਸਿਸ ਤੇ ਦੇ ਕੇ ਉਹਨੂੰ ਐਕਸਪਲੋਇਟ ਕਰਨਾ ਸ਼ੁਰੂ ਕੀਤਾ ਜੀ। ਔਰ ਜਿਹੜਾ ਸਕੂਲ ਦਾ ਜਿਹੜਾ ਪਰਪਸ ਸੀ ਉਹ ਪਰਪਸ ਹੀ ਬਿਲਕੁਲ ਜਿਹੜਾ ਉਹ ਖਤਮ ਹੋ ਗਿਆ ਜੀ। ਤਾਂ ਉਸ ਇਸ਼ੂ ਨੂੰ, ਉਸ ਮਸਲੇ ਨੂੰ ਰਜੇਸ਼ ਗੁਪਤਾ ਜੀ ਨੇ ਚੁੱਕਿਆ ਔਰ ਉਹਦੇ ਬੇਸਿਸ ਤੇ ਇੱਕ ਰਿਪਰੈਜ਼ੈਂਟੇਸ਼ਨ ਜਿਹੜੀ ਹੈ, ਹਾਂਜੀ ਸੰਦੀਪ ਜੀ, ਜਿਹੜੀ ਰਿਪਰੈਜ਼ੈਂਟੇਸ਼ਨਸ ਗਈਆਂ ਜੀ ਉਸ ਬੇਸਿਸ ਤੇ ਆਲਦੋ ਕੁਝ ਉਹਨਾਂ ਦੇ ਕੋਲ ਰਿਕਾਰਡ ਇਸ ਗੱਲ ਦਾ ਪਹਿਲੇ ਵਿਜੀਲੈਂਸ ਡਿਪਾਰਟਮੈਂਟ ਕੋਲ ਵੀ ਗਿਆ ਹੋਇਆ ਸੀ ਜੀ ਔਰ ਉਸ ਦੇ ਬੇਸਿਸ ਤੇ ਉਹਦੀ ਕੋਈ ਕੰਸੀਡਰੇਸ਼ਨ ਉੱਥੇ ਪੈਂਡਿੰਗ ਸੀਗੀ। ਲੇਕਿਨ ਜਿਹੜੀ ਇਹ ਰਿਪਰੈਜ਼ੈਂਟੇਸ਼ਨ ਗਈ ਉਹਦੇ ਬੇਸਿਸ ਤੇ ਫਿਰ ਜਿਹੜੀ ਲੋਕਲ ਗਵਰਨਮੈਂਟ ਵੱਲੋਂ ਇੱਕ ਲੈਟਰ ਇੰਪਰੂਵਮੈਂਟ ਟਰਸਟ ਨੂੰ ਇਸ਼ੂ ਕੀਤੀ ਗਈ। ਉਹ 2 ਨਵੰਬਰ ਨੂੰ ਉਹਨਾਂ ਵੱਲੋਂ ਲੈਟਰ ਗਈ ਲੁਧਿਆਣਾ ਇੰਪਰੂਵਮੈਂਟ ਟਰਸਟ ਨੂੰ ਔਰ ਉਹਦੇ 'ਚ ਉਹਨਾਂ ਨੇ ਡਾਇਰੈਕਟ ਕੀਤਾ ਉਹਨਾਂ ਨੂੰ ਕਿ ਤੁਸੀਂ ਇਸ ਜਿਹੜਾ ਇਸ਼ੂ ਹੈ ਇਹਦੇ 'ਤੇ ਸਾਰੀ ਰਿਪੋਰਟ ਬਣਾ ਕੇ ਇਹਦੇ ਜੋ ਵੀ ਫੈਕਟਸ ਹੈਗੇ ਆ ਜਿਹੜੇ ਕੰਪਲੇਂਟ 'ਚ ਰਿਪਰੈਜ਼ੈਂਟੇਸ਼ਨ 'ਚ ਦੱਸੇ ਗਏ ਹੈ ਔਰ ਰਿਪੋਰਟ ਉਹਦੀ ਜਿਹੜੀ ਹੈ ਸਾਨੂੰ ਦਿੱਤੀ ਜਾਵੇ ਜੀ। ਤਾਂ ਉਹ 2 ਨਵੰਬਰ ਨੂੰ ਗਈ ਸੀ। ਅੱਛਾ, ਇਹਦਾ ਕੋਈ ਟਾਈਮ ਬਾਉਂਡ ਹੈ ਕਿ ਰਿਪੋਰਟ ਕਿੰਨੀ ਦੇਰ 'ਚ ਭੇਜਣੀ ਹੈ ਜਾਂ ਉਹਨਾਂ ਦਾ ਮਨ ਹੈ ਭੇਜਣ ਨਾ ਭੇਜਣ ਜਾਂ 2 ਸਾਲ 'ਚ ਭੇਜਣ? ਨਹੀਂ ਦੇਖੋ, ਇਹ ਮਹੀਨਾ ਤੋਂ ਉੱਪਰ ਹੋ ਗਿਆ ਆਲਰੇਡੀ, 2 ਨਵੰਬਰ ਦੀ ਹੈ। तो इट वाज एक्सपेक्टेड कि इट शुड बी गिवन एज अर्ली एज पॉसिबल। ਤਾਂ ਮਹੀਨੇ ਦਾ ਵੀ ਵਕਤ ਬਹੁਤ ਹੁੰਦਾ ਜੀ। ਤਾਂ ਲੇਕਿਨ ਹਜੇ ਤੱਕ ਜੋ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਹੈ ਤੇ ਜੋ ਰਜੇਸ਼ ਗੁਪਤਾ ਜੀ ਨੇ ਵੀ ਮੈਨੂੰ ਇਨਫੋਰਮ ਕੀਤਾ ਹੈ ਕਿ ਕੋਈ ਹਜੇ ਉਹਨਾਂ ਨੇ ਉਸ ਦੇ ਬਾਰੇ ਕੋਈ ਐਕਸ਼ਨ ਨਹੀਂ ਲਿੱਤਾ
ਇੰਪਰੂਵਮੈਂਟ ਟਰਸਟ ਨੇ। ਮੈਂ ਇਹੀ ਪੁੱਛਣਾ ਚਾਹੁੰਦਾ ਕਿ ਇਸ ਲੈਟਰ ਦੀ, ਕਿਉਂਕਿ ਪੰਜਾਬ ਵਿਜੀਲੈਂਸ ਬਿਊਰੋ ਹੈ, ਪੰਜਾਬ ਸਰਕਾਰ ਦੇ ਹੀ ਕਹਿ ਲਓ ਕੁਛ ਤਥਾ ਕਥਿਤ ਬਾਹੂਬਲੀਆਂ ਦੇ ਅੰਡਰ ਰਹਿ ਕੇ ਉਹਨਾਂ ਦੀ ਸ਼ਹਿ 'ਤੇ ਹੀ ਇਹ ਕਬਜ਼ਾ ਹੋਇਆ ਸਕੂਲ ਦੇ ਵਿੱਚ ਇਹਦੀ ਜਿਵੇਂ ਸਕੂਲ ਦੀ ਬਜਾਏ ਉੱਥੇ ਪੀਜੀ ਚੱਲ ਪਏ ਜਾਂ ਹੋਰ ਮਿਸਯੂਜ਼ ਹੋ ਰਹੀਆਂ। ਸੋ ਇੱਕ ਪੰਜਾਬ ਸਰਕਾਰ ਦਾ ਡਿਪਾਰਟਮੈਂਟ ਦੂਸਰੇ ਡਿਪਾਰਟਮੈਂਟ ਨੂੰ ਭੇਜ ਰਿਹਾ, ਇਹਦੀ ਕੋਈ ਔਥੈਂਟਿਸਿਟੀ ਹੈਗੀ ਹੈ ਜਾਂ ਇਹ ਆਪਸ 'ਚ ਬਾਲ ਖੇਡ ਰਿਹਾ ਔਰ ਜਨਤਾ ਦਾ ਜਾਂ ਜਨਤਾ ਨੂੰ ਮਿਸਗਾਈਡ ਕੀਤਾ ਜਾ ਰਿਹਾ, ਜਨਤਾ ਦਾ ਟਾਈਮ ਪਾਸ ਕੀਤਾ ਜਾ ਰਿਹਾ? ਦੇਖੋ, ਪਬਲਿਕ ਨੂੰ ਤਾਂ ਗਵਰਨਮੈਂਟ ਦੀਆਂ ਅਥਾਰਟੀਜ਼ ਜਿਹੜੀਆਂ ਬਣੀਆਂ ਹੋਈਆਂ ਜੀ, ਜਿਨ੍ਹਾਂ ਦੀ ਇੱਕ ਲੀਗਲ ਆਬਲੀਗੇਸ਼ਨਸ ਹੈ ਆਪਣੀਆਂ ਡਿਊਟੀਆਂ ਪਰਫਾਰਮ ਕਰਨ ਦੀ, ਉਹਨਾਂ ਤੇ ਡਿਪੈਂਡ ਕਰਨਾ ਪੈਂਦਾ ਜੀ। ਉਹਨਾਂ ਤੋਂ ਐਕਸਪੈਕਟ ਕੀਤਾ ਜਾਂਦਾ ਹੈ ਕਿ ਉਹ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਹੈ ਉਹ ਪ੍ਰੋਪਰਲੀ ਇਮਾਨਦਾਰੀ ਨਾਲ ਕਾਨੂੰਨਨ ਢੰਗ ਦੇ ਨਾਲ ਉਹਨੂੰ ਨਿਭਾਉਣਗੇ। ਸੋ ਉਸ ਉਮੀਦ ਦੇ ਵਿੱਚ ਇੱਕ ਪਬਲਿਕ ਪਰਸਨ ਦੇ ਕੋਲ ਉਹਨਾਂ ਕੋਲ ਜਾਣਾ ਜ਼ਰੂਰੀ ਹੈ। ਸੋ ਪਬਲਿਕ, ਤੁਹਾਡੇ ਕਹਿਣ ਦਾ ਮਤਲਬ ਪਬਲਿਕ ਅੱਜ ਵੀ ਉਹਨਾਂ ਦੀ ਸਰਕਾਰੀ ਜਿਵੇਂ ਗਵਰਨਮੈਂਟ ਦੀ ਸਾਖ ਤੇ ਭਰੋਸਾ ਕਰ ਰਹੀ ਹੈ, ਇਸ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਦੇਖੋ, ਅਸੀਂ ਸਾਡੀ ਜਿਹੜੀਆਂ ਗਵਰਨਮੈਂਟ ਅਥਾਰਟੀਜ਼ ਹੈ ਸਾਨੂੰ ਇੱਕ ਉਮੀਦ ਤਾਂ ਰੱਖਣੀ ਪੈਂਦੀ ਹੈ ਕਿ ਬਈ ਉਹ ਕਾਨੂੰਨ ਦੇ ਮੁਤਾਬਕ ਜੋ ਕੁਝ ਵੀ ਅਸੀਂ ਉਹਨਾਂ ਦੇ ਨੋਟਿਸ 'ਚ ਲਿਆਉਂਦੇ ਆ ਉਹਦੇ ਤੇ ਐਕਸ਼ਨ ਲੈਣਗੇ। ਕੋਈ ਗੈਰ ਕਾਨੂੰਨੀ ਅਗਰ ਕੋਈ ਕੰਮ ਹੋਇਆ ਉਹਦੇ ਤੇ ਐਕਸ਼ਨ ਲੈਣਗੇ। ਹਾਂ, ਅਗਰ ਉਹ ਐਕਸ਼ਨ ਨਹੀਂ ਲੈਂਦੇ, ਅਗਰ ਕੋਈ ਐਗਜ਼ੀਕਿਊਟਿਵ ਅਥਾਰਟੀਜ਼ ਆਪਣੀ ਡਿਊਟੀਜ਼ ਨੂੰ ਪਰਫਾਰਮ ਕਰਨ 'ਚ ਕਿਸੇ ਨਾ ਕਿਸੇ ਗੱਲ ਤੇ ਕੁਤਾਹੀ ਕਰਦੇ ਹੈ, ਦੇयर इज अ ਡੈਰੀਲਿਕਸ਼ਨ ਆਫ देयर ਡਿਊਟੀਜ਼, ਫਿਰ ਸਾਡੇ ਕੋਲ ਕੋਰਟ ਆਫ ਲਾਅ ਦਾ ਕੋਰਸ ਹੈ। ਮਤਲਬ ਇਹ ਕਿੰਨੀ ਕੁ ਦੇਰ ਬਾਅਦ, ਜਿਵੇਂ ਤੁਸੀਂ ਆਲਰੇਡੀ ਦੱਸਿਆ ਮਹੀਨਾ ਹੋ ਗਿਆ, ਠੀਕ ਹੈ, ਇੰਪਰੂਵਮੈਂਟ ਟਰਸਟ ਦੇ ਜੇ ਉੱਚ ਅਧਿਕਾਰੀ ਗੱਲ ਕਰੀਏ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ, ਉਹਨਾਂ ਦਾ ਤਾਂ ਕਹਿ ਲਓ ਇਹ ਇੱਕ ਬਿਹੇਵੀਅਰ ਹੀ ਬਣ ਗਿਆ। ਪਹਿਲਾਂ ਵੀ ਕੁਝ ਮਾਮਲੇ ਆਏ, ਤੁਸੀਂ ਵੀ ਨੋਟਿਸ 'ਚ ਹੈਗੇ ਹੋ, ਤੁਹਾਡੀ ਵੀ ਉਸ ਮਾਮਲਿਆਂ 'ਚ ਵੀ ਐਕਸਪਰਟ ਦੀ ਰਾਏ ਲਈ ਸੀ। ਮਾਲ ਟਾਊਨ ਕੇਸ ਹੀ ਹੋਵੇ, ਬੜਾ ਵੱਡਾ ਘੁਟਾਲਾ ਹੋ ਗਿਆ, ਉਹ ਤਾਂ DC ਸਾਹਿਬ ਸਟੈਂਡ ਲੈ ਗਏ, ਨਹੀਂ ਤਾਂ ਮੈਨੂੰ ਤਾਂ ਲੱਗਦਾ ਕਿ ਉਹ ਵੀ ਹੋ ਗਿਆ ਸੀਗਾ। ਸੋ ਇਹ ਸਾਰੇ ਮਾਮਲਿਆਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਇੰਪਰੂਵਮੈਂਟ ਟਰਸਟ ਮਤਲਬ ਇੱਕ ਜ਼ਿੰਮੇਦਾਰਾਨਾ ਉਹ ਰੋਲ ਨਿਭਾਏਗਾ? ਜਦ ਕਿ ਜੇ ਗੱਲਬਾਤ ਕਰੀਏ, ਤੁਹਾਨੂੰ ਇਹ ਵੀ ਯਾਦ ਹੈ ਕਿ ਪਿਛਲੇ ਇੰਪਰੂਵਮੈਂਟ ਟਰਸਟ ਦੇ ਪਿਛਲੇ ਚੇਅਰਮੈਨ ਨੇ ਜਿਹੜੇ ਕਿ ਇੱਕ IAS ਆਫਿਸਰ ਸੀ, ਉਹਨਾਂ ਨੇ ਤਾਂ ਰਿਟਨ 'ਚ ਆਰਡਰ ਤੱਕ ਜਾਰੀ ਕਰਦੇ ਸੀ, ਮੰਨ ਲਿਆ ਸੀਗਾ ਕਿ ਇਹ ਬਿਲਕੁਲ ਹੋਇਆ, ਲਾਅ ਵਾਇਲੇਸ਼ਨ ਹੈਗੀ ਹੈ। ਤੇ ਨਵੇਂ ਚੇਅਰਮੈਨ ਸਾਹਿਬ ਨੇ ਤਾਂ ਆ ਕੇ ਉਹਨਾਂ ਨੇ ਕਿਹਾ ਤਾਂ ਜੀ ਚੇਅਰਮੈਨ ਹੀ ਝੂਠ ਸੀ, ਤੇ ਮਤਲਬ ਜਦ ਕਿ ਇੱਕ ਪੋਲੀਟੀਸ਼ੀਅਨ ਚੇਅਰਮੈਨ ਨੇ ਕਿਹਾ ਤਾਂ IAS ਝੂਠਾ ਸੀ ਤੇ ਮੈਂ ਸੱਚਾ। ਸੋ ਇਸ ਹਿਸਾਬ ਨਾਲ ਮਾਮਲੇ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਇਹਦਾ ਕਿੰਨੀ ਦੇਰ ਬਾਅਦ ਅਸੀਂ ਅੱਗੇ ਜਿਹੜਾ ਤੁਸੀਂ ਦੱਸਿਆ ਕਿ ਕੋਰਟ ਦਾ ਸਾਡੇ ਕੋਲ ਇੱਕ ਹੋਰ ਰਾਈਟ ਹੈ ਉਹ ਇਸਤੇਮਾਲ ਕਰ ਸਕਾਂਗੇ? ਦੇਖੋ, ਕੁਝ ਰੀਜ਼ਨੇਬਲ ਪੀਰੀਅਡ ਦਾ ਹੀ ਇੰਤਜ਼ਾਰ ਕਰਨਾ ਪੈਂਦਾ ਜੀ, ਔਰ 1 ਮਹੀਨਾ ਕਾਫੀ ਪੀਰੀਅਡ ਹੈ ਜੀ, ਕਿਉਂਕਿ ਇਹ ਜਿਹੜਾ ਇਸ਼ੂ ਹੈ ਇਹ ਕੋਈ ਪਹਿਲੀ ਵਾਰੀ ਰੇਜ਼ ਨਹੀਂ ਕੀਤਾ ਗਿਆ। ਇਹ ਇਸ਼ੂ ਬੜਾ ਸੀਰੀਅਸ ਇਸ਼ੂ ਹੈ, ਬੜੀ ਸਬਸਟੈਂਸ਼ੀਅਲ ਪਬਲਿਕ ਪ੍ਰਾਪਰਟੀ ਇਨਵੋਲਵਡ ਹੈ। ਇੱਕ ਪਬਲਿਕ ਪਰਪਸ ਜਿਹੜਾ ਡਿਫੀਟ ਕੀਤਾ ਜਾ ਰਿਹਾ ਹੈ ਇੱਕ ਸਕੂਲ ਨੂੰ ਸਟੈਬਲਿਸ਼ ਕਰਨ ਦਾ, ਔਰ ਬੜਾ ਪ੍ਰਾਈਮ ਲੋਕੇਸ਼ਨ ਹੈ ਇਹਦੀ, ਸਰਾਭਾ ਨਗਰ। ਤੁਹਾਨੂੰ ਪਤਾ ਹੀ ਹੈ ਕਿ ਲੁਧਿਆਣੇ ਦਾ ਇੱਕ ਪੌਸ਼ੈਸਟ ਦੋਨੋਂ ਹੀ ਬ੍ਰਾਂਚ, ਜਿਹੜੀ ਪ੍ਰਾਇਮਰੀ ਬ੍ਰਾਂਚ ਹੈ ਅੱਜ ਤਾਂ ਉਹਦਾ ਵੀ ਮਿਸਯੂਜ਼ ਹੋ ਰਿਹਾ, ਉਹ ਵੀ ਡੰਡੀ ਸੌਮੀ ਹੈ, ਮਤਲਬ ਦੋਨੋਂ ਹੀ ਸ਼ਹਿਰ ਦੇ ਹਾਰਟ ਆਫ ਸਿਟੀ ਹੈ। ਹਾਂ, ਬਿਲਕੁਲ ਠੀਕ ਹੈ। ਇਹ ਮੇਨ ਜਿਹੜਾ ਇਸ਼ੂ ਇਹ ਰਜੇਸ਼ ਗੁਪਤਾ ਜੀ ਵੱਲੋਂ ਰੇਜ਼ ਕੀਤਾ ਗਿਆ, ਇਹ ਮੇਨਲੀ ਸਰਾਭਾ ਨਗਰ ਦੇ ਵਿੱਚ ਜਿਹੜਾ ਨਿਊ ਹਾਇਰ ਸੈਕੰਡਰੀ ਸਕੂਲ ਦਾ ਜਿਹੜਾ ਅਲਾਟਮੈਂਟ ਸੀਗੀ ਉਹ ਰੇਜ਼ ਕੀਤਾ ਗਿਆ। ਬਾਕੀ ਤੁਹਾਡੇ ਕੋਲ ਜ਼ਿਆਦਾ ਇਨਫੋਰਮੇਸ਼ਨ ਹੋ ਸਕਦੀ ਹੈ ਕਿ ਜਿਹੜਾ ਪਹਿਲੇ ਦਾ ਓਰੀਜਨਲ ਸਕੂਲ ਵੀ ਸੀ ਇਹਨਾਂ ਦਾ ਸਿਵਲ ਲਾਈਨਸ ਦੇ ਵਿੱਚ, ਉੱਥੇ PG ਬਣ ਗਿਆ ਸਰ, ਉੱਥੇ PG ਬਣ ਗਿਆ। ਮੈਨੂੰ ਇੱਕ ਗੱਲ ਦੱਸੋ, ਚਲੋ ਤੁਸੀਂ ਸਾਰੀ ਗੱਲਾਂ ਛੱਡੋ, ਤੁਸੀਂ ਤਾਂ ਐਕਸਪਰਟ ਹੋ, ਲਾਅ ਬਹੁਤ ਜ਼ਿਆਦਾ ਕਰੀਬੀ ਜਾਣਦੇ ਹੋ, ਐਡੀਸ਼ਨਲ ਜਨਰਲ AG ਵੀ ਰਹੇ ਹੋ ਮੈਂ ਇਹ ਪੁੱਛਣਾ ਚਾਹੁੰਦਾ ਕਿ ਕੀ ਸਕੂਲ ਦੀ ਕੋਈ ਵੀ ਜਗ੍ਹਾ, ਕੋਈ ਵੀ ਸਕੂਲ ਹੋਵੇ ABCD, ਕਿ ਉਸ ਜਗ੍ਹਾ ਨੂੰ ਢਾਹ ਕੇ ਉਹਦੇ 'ਤੇ ਕੋਠੀਆਂ ਬਣਾਈਆਂ ਜਾ ਸਕਦੀਆਂ? ਪਹਿਲਾਂ ਤਾਂ ਇਹੀ ਦੱਸੋ, ਕਦੀ ਇਹ ਨਕਸ਼ਾ ਪਾਸ ਹੋ ਸਕਦਾ? ਤੇ ਜੇ ਉਹ ਨਕਸ਼ਾ ਪਾਸ ਹੋ ਗਿਆ ਜਾਂ ਕੋਠੀਆਂ ਬਣ ਗਈਆਂ ਤੇ ਉਹਦੇ ਜ਼ਿੰਮੇਦਾਰ ਸਿਰਫ ਕੀ ਇੰਪਰੂਵਮੈਂਟ ਟਰਸਟ ਦੇ ਜਾਂ ਦੇ ਜਿਹੜੇ ਚੇਅਰਮੈਨ ਆ ਉਹੀ ਹੈ, ਜਾਂ ਕਾਰਪੋਰੇਸ਼ਨ ਦੇ ਜਾਂ ਹੋਰ ਉਸ ਇਲਾਕੇ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਹੈਗੇ ਆ ਉਹ ਵੀ ਜ਼ਿੰਮੇਵਾਰ ਹੈਗੇ ਆ? ਸੰਦੀਪ ਜੀ, ਤੁਹਾਡਾ ਕੰਸਰਨ ਬੜਾ ਹੀ ਇੰਪੋਰਟੈਂਟ ਹੈ ਔਰ ਬੜਾ ਜਾਇਜ਼ ਹੈ। ਸਾਡੀਆਂ ਦੇਖੋ ਜਿਹੜੀਆਂ ਪ੍ਰਾਈਵੇਟ ਪ੍ਰਾਪਰਟੀਜ਼ ਹੈ, ਕੁਝ ਸੁਸਾਇਟੀਜ਼ ਰਨ ਕਰਦੀਆਂ ਜੀ, ਜਿੱਦਾਂ ਕਿ ਪੁਰਾਣਾ ਜਿਹੜਾ ਨਿਊ ਹਾਇਰ ਸੈਕੰਡਰੀ ਸਕੂਲ ਸੀਗਾ ਉਹਦੀ ਸੁਸਾਇਟੀ ਉਹਨੂੰ ਮੈਨੇਜ ਕਰਦੀ ਸੀ, ਉਹਨੂੰ ਰਨ ਕਰਦੀ ਸੀ। ਉਸ ਪ੍ਰਾਪਰਟੀ ਨੂੰ ਸੁਸਾਇਟੀਜ਼ ਨੇ ਆਪਣੇ ਬਾਈਲਾਜ਼ ਦੇ ਮੁਤਾਬਕ ਰਨ ਕਰਨਾ ਹੁੰਦਾ ਔਰ ਉੱਥੇ ਸਕੂਲ ਚੱਲ ਰਿਹਾ ਸੀ।
ਅਗਰ ਉਹਨਾਂ ਨੇ ਆਪਣੇ ਬਾਈਲਾਜ਼ ਨੂੰ ਵਾਇਲੇਟ ਕੀਤਾ ਹੈ, ਸਕੂਲ ਚਲਾਉਣ ਦੀ ਬਜਾਏ ਉੱਥੇ ਹੁਣ ਕਮਰਸ਼ੀਅਲ ਐਸਟੈਬਲਿਸ਼ਮੈਂਟਸ ਖੜੀਆਂ ਕਰ ਲਈਆਂ ਜਿੱਦਾਂ ਤੁਸੀਂ ਦੱਸ ਰਹੇ ਹੋ, ਤੁਹਾਡੇ ਕੋਲ ਇਨਫੋਰਮੇਸ਼ਨ ਹੋਏਗੀ, ਇਹ ਵਾਜਬ ਹੋਏਗੀ ਇਨਫੋਰਮੇਸ਼ਨ, ਹਾਂਜੀ, ਕਿ ਉੱਥੇ ਜੋ ਕੁਝ ਵੀ ਹੋਇਆ ਹੈ, ਪਹਿਲੀ ਗੱਲ ਤਾਂ ਇਹ ਹੈ ਕਿ ਉਹ ਸੁਸਾਇਟੀ ਨੇ ਉਹ ਕਿੱਦਾਂ ਅਲਾਓ ਕਰ ਦਿੱਤਾ ਆਪਣੇ ਸਕੂਲ ਨੂੰ ਇਸ ਤਰੀਕੇ ਨਾਲ ਇੱਕ ਬੰਦ ਹੋਣ ਦੀ ਕਗਾਰ ਤੇ ਪਹੁੰਚਾ ਕੇ ਦੂਸਰੀਆਂ ਚੀਜ਼ਾਂ ਜਿਹੜੀਆਂ ਉੱਥੇ ਸ਼ੁਰੂ ਕਰ ਲਈਆਂ, ਪ੍ਰੋਫਿਟ ਮੋਟਿਵ ਬਣਾ ਲਿਆ ਪ੍ਰੋਪਰਟੀ ਦੀ ਯੂਟਿਲਾਈਜੇਸ਼ਨ ਨੂੰ, ਜਿਹੜਾ ਇੱਕ ਪਬਲਿਕ ਪਰਪਸ ਸੀ ਐਜੂਕੇਸ਼ਨ ਦਾ, ਬੜਾ ਇੱਕ ਨਾਮ ਸੀ ਨਿਊ ਸਕੂਲ ਦਾ, ਸਟੇਟਸ ਅੱਛਾ ਸਕੂਲ ਸੀਗਾ ਜਿਹਦੇ ਵਿੱਚ ਬੜੀ ਅੱਛੀ ਕੁਆਲਿਟੀ ਐਜੂਕੇਸ਼ਨ ਮਿਲਦੀ ਸੀ। ਉਹ ਸਕੂਲ ਦੇ ਬੜੇ ਅੱਛੇ ਜਿਹੜੇ ਐਲੂਮਨੀ ਹੈ, ਪੜ੍ਹੇ ਲੋਕ ਹੈ, ਅੱਜ ਬੜੀਆਂ ਵੱਡੀਆਂ ਸ਼ਖਸੀਅਤ ਦੇ ਤੌਰ ਤੇ ਸਾਨੂੰ ਪਤਾ ਹੈ ਕਿ ਪਹਿਚਾਨੇ ਜਾਂਦੇ ਨੇ। ਸੋ ਉਹ ਜਿਹੇ ਸਕੂਲ ਨੂੰ ਵੀ ਇੱਕ ਬੰਦ ਹੋਣ ਦੇ ਕਗਾਰ ਤੇ ਪਹੁੰਚਾਤਾ ਉਸ ਸੁਸਾਇਟੀ ਨੇ। ਇਹ ਸੁਸਾਇਟੀ ਨੂੰ ਹੀ ਦੇਖਣਾ ਚਾਹੀਦਾ ਕਿ ਉਹ ਕੀ ਕਰ ਰਹੇ ਆ। ਦੂਸਰਾ ਤੁਹਾਡਾ ਜਿਹੜਾ ਇਹ ਗੱਲ ਹੈ ਕਿ ਇਹਦੀਆਂ ਵਾਇਲੇਸ਼ਨਸ ਮਿਊਨਿਸਪਲ ਅਥਾਰਟੀਜ਼ ਇਹਦੇ ਵਿੱਚ ਇਨਵੋਲਡ ਹੈ ਜਾਂ ਉਹਨਾਂ ਦੀ ਇਹਦੇ ਵਿੱਚ ਕੋਈ ਕੁਤਾਹੀ ਹੈ ਕਿ ਨਹੀਂ ਹੈ, ਉਹ ਵੀ ਇੱਕ ਇੰਪੋਰਟੈਂਟ ਇਸ਼ੂ ਹੈ। ਦੇਖੋ ਮੈਂ ਤੁਹਾਨੂੰ ਇੱਕ ਜਨਰਲ ਗੱਲ ਦੱਸਾਂ ਜੀ, ਸਾਡੇ ਸ਼ਹਿਰ 'ਚ ਜਿਹੜੀਆਂ ਤਕਲੀਫਾਂ, ਉਸ ਤਕਲੀਫਾਂ ਦੀ ਜਿਹੜੀ ਜੜ ਹੈ ਉਹ ਇਹੀ ਹੈ ਕਿ ਸਾਡੇ ਮਿਊਨਿਸਪਲ ਅਥਾਰਟੀਜ਼ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਵਿੱਚ ਫੇਲ ਹੋ ਗਈਆਂ ਜੀ। ਅਰਬਨਾਈਜੇਸ਼ਨ ਜਿਹੜੀ ਹੈ ਉਹਨੂੰ ਖਤਮ ਕਰ ਦਿੱਤਾ, ਉਹਦੀ ਕੋਈ ਪਲੈਨਿੰਗ ਹੀ ਨਹੀਂ ਰਹਿਣ ਦਿੱਤੀ। ਮੈਂ ਇੱਥੇ ਪੁੱਛਣਾ ਚਾਹਾਂਗਾ, ਫੇਲ ਹੋ ਗਈਆਂ ਜਾਂ ਇੰਟੈਂਸ਼ਨਲੀ ਫੇਲ ਹੋਈਆਂ, ਬਹੁਤ ਫਰਕ ਹੈ। ਦੇਖੋ ਕੋਈ ਵੀ ਜਿਹੜਾ ਗੈਰ ਕਾਨੂੰਨੀ ਕੰਮ ਹੁੰਦਾ ਨਾ, ਉਹਦੇ ਪਿੱਛੇ ਕੋਈ ਨਾ ਕੋਈ ਸਵਾਰਥ ਜ਼ਰੂਰ ਹੁੰਦਾ ਜੀ। ਇਸ ਕਰਕੇ ਇਹ ਯੂ ਕੈਨ ਰੀਡ ਬਿਟਵੀਨ ਦੀ ਲਾਈਨਸ ਜੀ ਕਿ ਅਗਰ ਕੋਈ ਅਧਿਕਾਰੀ ਆਪਣੇ ਜ਼ਿੰਮੇਵਾਰੀ ਨੂੰ ਨਹੀਂ ਨਿਭਾਉਂਦਾ, ਜੋ ਵਾਇਲੇਸ਼ਨਸ ਉਹਨੂੰ ਨਜ਼ਰ ਆ ਰਹੀਆਂ, ਸਾਰਿਆਂ ਲੋਕਾਂ ਨੂੰ ਨਜ਼ਰ ਆ ਰਹੀਆਂ, ਉਹਦੇ ਬਾਵਜੂਦ ਵੀ ਉਹਦੇ ਤੇ ਐਕਸ਼ਨ ਨਹੀਂ ਲੈਂਦੇ, ਜਾਂ ਜਦੋਂ ਉਹਨਾਂ ਦੇ ਕੋਲ ਕੋਈ ਅਪਰੂਵਲਸ ਆਉਂਦੀਆਂ ਜਾਂ ਕੋਈ ਉਸ ਪਲਾਨਸ ਦੇ ਲਈ ਕੋਈ ਸੈਂਕਸ਼ਨ ਲਈ ਕੋਈ ਐਪਲੀਕੇਸ਼ਨਸ ਆਉਂਦੀਆਂ, ਉਹਦੇ ਤੇ ਉਹ ਗਲਤ ਆਰਡਰ ਕਰਦੇ ਹੈ ਔਰ ਉਹ ਪਰਮਿਟ ਕਰਦੇ ਹੈ ਉਹੋ ਜਿਹੀਆਂ ਚੀਜ਼ਾਂ ਹੋਣ ਲਈ, ਤਾਂ ਜ਼ਰੂਰ ਕੋਈ ਨਾ ਕੋਈ ਨਿੱਜੀ ਸਵਾਰਥ ਹੁੰਦਾ ਹੀ ਹੈ ਜੀ, ਚਾਹੇ ਉਹ ਜੋ ਮਰਜ਼ੀ ਹੋਵੇ। ਐਕਸਟ੍ਰੇਨੀਅਸ ਰੀਜ਼ਨਸ ਆਰ ਆਲਵੇਜ਼ देयर। ਸਰ ਹੁਣ ਮੈਂ ਪੁੱਛਣਾ ਚਾਹੁੰਦਾ ਕਿ ਫਾਈਨਲੀ ਆ ਚਿੱਠੀ ਫਿਲਹਾਲ ਆਈ ਹੈ, 1 ਮਹੀਨੇ ਤੋਂ ਉੱਪਰ ਹੋ ਚੁੱਕਾ ਹੈ, ਇੰਪਰੂਵਮੈਂਟ ਟਰਸਟ ਦੇ ਉੱਚ ਅਧਿਕਾਰੀਆਂ ਨੂੰ ਮਿਲ ਚੁੱਕੀ ਹੈ ਤੇ ਜਵਾਬ ਤੁਸੀਂ ਕਿਹਾ ਐਜ਼ ਪਰ ਯੂਰ ਇਨਫੋਰਮੇਸ਼ਨ ਹਜੇ ਤੱਕ ਕੋਈ ਗਿਆ ਨਹੀਂ। ਸੋ ਇਹਦੇ ਵਿੱਚ ਅਗਲਾ, ਪਹਿਲੀ ਗੱਲ ਤਾਂ ਜੇ ਇਹ ਚਿੱਠੀ ਆਈ ਹੈ ਤੇ ਉਹਨਾਂ ਨੂੰ ਟਾਈਮ ਪੀਰੀਅਡ ਦੇ ਵਿੱਚ ਜਵਾਬ ਦੇਣਾ ਪਏਗਾ, ਤਾਂ ਉਹ ਇਹਦਾ ਕੀ ਮਤਲਬ ਸਮਝਿਆ ਜਾਏ, ਤੇ ਨਹੀਂ ਜਵਾਬ ਦਿੰਦੇ ਤਾਂ ਆਪਣੇ ਕੋਲ ਕੀ ਰਾਈਟ ਹੈ ਤੇ ਆਪਾਂ ਅਗਲਾ ਉਹਨਾਂ ਤੇ ਕੀ ਕਾਰਵਾਈ ਹੋ ਸਕਦੀ ਹੈ ਉੱਚ ਅਧਿਕਾਰੀਆਂ ਤੇ? ਦੇਖੋ ਉਹਦਾ ਅਗਲਾ ਤਾਂ ਜੋ ਐਕਸ਼ਨ ਬਣਦਾ ਹੈ, ਅਗਰ ਮੈਂ ਤੁਹਾਨੂੰ ਜਿੱਦਾਂ ਪਹਿਲੇ ਦੱਸ ਰਿਹਾ ਸੀਗਾ ਕਿ ਇਹ ਐਗਜ਼ੈਕਟਿਵ ਅਥਾਰਟੀਜ਼ ਹੈ, ਇੰਪਰੂਵਮੈਂਟ ਟਰਸਟ ਵੀ ਇੱਕ ਆਟੋਨੋਮਸ ਬਾਡੀ ਹੈ, ਤਾਂ ਦੇ ਆਰ ਆਲ ਬਾਉਂਡ ਬਾਈ ਲਾਅ। ਉਹ ਅਗਰ ਆਪਣੀ ਓਬਲੀਗੇਸ਼ਨਸ ਪੂਰੀਆਂ ਨਹੀਂ ਕਰਦੇ ਤਾਂ ਇਸ ਅਨਲੌਫੁਲ ਐਕਟੀਵਿਟੀਜ਼ ਤੇ ਐਕਸ਼ਨ ਨਹੀਂ ਹੁੰਦਾ, ਤਾਂ ਫਿਰ ਜਿਹੜੇ ਰਿਪਰੈਜ਼ੈਂਟੇਸ਼ਨ ਦੇਣ ਵਾਲੇ ਮਿਸਟਰ ਰਜੇਸ਼ ਗੁਪਤਾ ਉਹਨਾਂ ਕੋਲ ਰਾਈਟ ਹੈ, ਉਹ ਹਾਈ ਕੋਰਟ ਨੂੰ ਆਪਣੀ ਪਟੀਸ਼ਨ ਫਾਈਲ ਕਰ ਸਕਦੇ ਹੈ। ਕਿੰਨੀ ਦੇਰ ਬਾਅਦ? ਉਹਦੇ 'ਚ ਜਿੰਨੀ ਰੀਜ਼ਨੇਬਲ ਪੀਰੀਅਡ ਦੀ ਵੇਟ ਕਰਨ ਤੋਂ ਬਾਅਦ 1 ਮਹੀਨਾ ਵੀ ਕਾਫੀ ਹੈ, ਉਹ ਹੁਣ ਵੀ ਕਰ ਸਕਦੇ ਹੈ, ਐਜ਼ ਇਟ ਇਜ਼ ਆਲਰੇਡੀ ਡਿਊ। ਮਤਲਬ ਬੇਸਿਕਲੀ ਤੁਹਾਡੇ ਹਿਸਾਬ ਨਾਲ ਰੀਜ਼ਨੇਬਲ ਟਾਈਮ ਹੋ ਚੁੱਕਾ ਹੈ? ਬਿਲਕੁਲ, 1 ਮਹੀਨੇ ਤੋਂ ਜ਼ਿਆਦਾ ਟਾਈਮ ਕੀ ਕਹਿ ਸਕਦੇ ਆਪਾਂ, 1 ਮਹੀਨਾ ਬਹੁਤ ਟਾਈਮ ਹੈ। ਔਰ ਇਹੋ ਜਿਹੇ ਸੀਰੀਅਸ ਮੈਟਰ ਨੂੰ, ਕਿਉਂਕਿ ਇਹ ਮੈਟਰ ਉਹਨਾਂ ਲਈ ਨਵਾਂ ਨਹੀਂ ਹੈ, ਨਾ ਹੀ ਇਹ ਮੈਟਰ ਇੰਪਰੂਵਮੈਂਟ ਟਰਸਟ ਲਈ ਨਵਾਂ ਹੈ, ਨਾ ਹੀ ਇਹ ਮੈਟਰ ਮਿਊਨਿਸਪਲ ਕਾਰਪੋਰੇਸ਼ਨ ਲਈ ਨਵਾਂ ਹੈ, ਤੇ ਨਾ ਹੀ ਲੋਕਲ ਗਵਰਨਮੈਂਟ ਲਈ ਨਵਾਂ ਹੈ। ਇਹ ਮੈਟਰ ਕਾਫੀ ਦੇਰ ਤੋਂ ਜਿਹੜਾ ਹੈ ਇਹ ਰੇਜ਼ ਕੀਤਾ ਜਾ ਰਿਹਾ ਹੈ, ਚੱਲ ਰਿਹਾ ਹੈ, ਤਾਂ ਇਸ ਕਰਕੇ 1 ਮਹੀਨਾ ਪੀਰੀਅਡ ਬਹੁਤ ਜ਼ਿਆਦਾ ਪੀਰੀਅਡ ਹੈ ਕਿ ਇਹਨਾਂ ਨੇ ਜੇ ਐਕਸ਼ਨ ਨਹੀਂ ਲਿੱਤਾ ਤਾਂ ਇਹਦਾ ਜਿਹੜਾ ਕਾਜ਼ ਆਫ ਐਕਸ਼ਨ ਹੈ ਹੁਣ ਰਜੇਸ਼ ਗੁਪਤਾ ਜੀ ਕੋਲ ਐਕਰੂ ਕਰ ਚੁੱਕਾ ਹੈਗਾ, ਬਣ ਚੁੱਕਾ ਹੈ ਕਿ ਉਹ ਆਨਰੇਬਲ ਹਾਈ ਕੋਰਟ ਦੇ ਵਿੱਚ ਇਹਦੇ ਲਈ ਪਟੀਸ਼ਨ ਲਗਾਉਣ, ਪਬਲਿਕ ਇੰਟਰਸਟ ਪਟੀਸ਼ਨ PIL ਲਗਾਉਣ, ਤਾਂ ਕਿ ਉਹਦੇ ਤੇ ਇੱਕ ਕਾਨੂੰਨੀ ਜਿਹੜਾ ਹੈ ਉਹ ਹਾਈ ਕੋਰਟ ਇਹਦੇ ਤੇ ਕੋਗਨੀਜ਼ੈਂਸ ਲਗਾ ਕੇ ਲੈ ਕੇ ਆਪਣਾ ਐਕਸ਼ਨ ਜਿਹੜਾ ਹੈ ਉਹ ਲੈ ਸਕਣ। ਸਰ ਇੱਕ ਛੋਟਾ ਜਿਹਾ ਹੋਰ ਮੇਰੇ ਮਨ 'ਚ ਕੁਐਸਚਨ ਆਇਆ ਕਿ ਤੁਹਾਨੂੰ ਲੱਗਦਾ ਹੈ ਕਿ ਅੱਜ ਦੇ ਜਿਹੜੇ ਕਰਨਧਾਰ ਬਣ ਚੁੱਕੇ ਆ ਸਾਡੇ ਜਿਹੜੇ ਰਾਜਨੇਤਾ ਹੈਗੇ ਆ, ਉਹਨਾਂ ਲਈ ਉਹਨਾਂ ਨੂੰ ਖਾਸ ਕਰਕੇ ਆਨਰੇਬਲ ਹਾਈ ਕੋਰਟ ਦਾ ਕੋਈ ਡਰ ਹੈਗਾ? ਕਿਉਂਕਿ ਮੈਨੂੰ ਇਹ ਪਤਾ ਹੈ ਕਿ ਜਿਸ ਇਲਾਕੇ 'ਚ ਸਕੂਲ ਹੈਗਾ
ਉਸ ਇਲਾਕੇ 'ਚ ਬਹੁਤ ਸਾਰੇ ਹੋਰ ਵੀ ਇੱਦਾਂ ਦੇ ਅਨਲੌਫੁਲ ਐਕਟੀਵਿਟੀਜ਼ ਹੋਈਆਂ ਜਿਹਦੇ ਵਿੱਚ ਹਾਈ ਕੋਰਟ ਦੇ ਵਿੱਚ PIL ਲੱਗਣ ਤੋਂ ਬਾਅਦ ਡਿਸੀਜਨ ਵੀ ਆ ਗਏ, ਉਹਨਾਂ ਦੇ ਸੂਓ ਮੋਟੋ ਵੀ ਲਿੱਤੇ ਜਾ ਚੁੱਕੇ ਹੈ ਕੋਰਟ ਵੱਲੋਂ ਆਪਣੇ ਆਪ, ਤੇ ਉਹਨਾਂ ਤੇ ਵੀ ਕੁਝ ਐਕਸ਼ਨ ਨਹੀਂ ਹੋਇਆ ਮਤਲਬ। ਔਰ ਕਿਉਂਕਿ ਅਲਟੀਮੇਟਲੀ ਜਿਹੜਾ ਡਿਸੀਜਨ ਹੈ ਮਤਲਬ ਐਕਸ਼ਨ ਹੈ ਉਹ ਕਰਨਾ ਤਾਂ ਇਹਨਾਂ ਲੋਕਾਂ ਨੇ ਹੀ ਹੈ। ਉਹ ਕਹਿੰਦੇ ਜੇ ਮਾਨਨੀय ਕੋਰਟ ਨੇ ਆਰਡਰ ਵੀ ਕਰਤੇ ਤੇ ਉਸ ਤੋਂ ਬਾਅਦ ਵੀ ਐਕਸ਼ਨ ਤਾਂ ਸਾਡੇ ਕੋਲ ਹੀ ਆਣਾ। ਉਹ ਤਾਂ ਅੱਜ ਦੇ ਟਾਈਮ 'ਚ ਇਹ ਕਹਿੰਦੇ ਕਿ ਜੀ ਜੋ ਮਰਜ਼ੀ ਹੋ ਜੇ, ਕੁੱਲ ਮਿਲਾ ਕੇ ਬੰਦੇ ਤਾਂ ਅਸੀਂ ਹੀ ਕੰਮ ਕਰਨ ਵਾਲੇ, ਤੁਸੀਂ ਜਾਇਓ ਕਿੱਥੇ ਜਾਣਾ। ਉਹ ਤਾਂ ਬੜੇ ਸ਼ਕਤੀਵਾਨ ਆਪਣੇ ਆਪ ਨੂੰ ਬਾਹੂਬਲੀ ਦੱਸਦੇ। ਫਿਰ ਇਹੋ ਜਿਹੇ ਟਾਈਮ 'ਚ ਕਿੰਨੀ ਕੁ ਸਾਡੇ ਕੋਲ ਅਥਾਰਟੀ, ਸਾਡੇ ਰਾਈਟਸ, ਸਾਡੀ ਮਤਲਬ ਇੱਕ ਚੀਜ਼ ਰਹਿ ਜਾਂਦੀ ਹੈ ਕਿ ਸਾਨੂੰ ਕਿਤੇ ਕਦੀ ਇਨਸਾਫ ਮਿਲੇਗਾ। ਨਹੀਂ ਤਾਂ ਇੱਦਾਂ ਤਾਂ ਤੁਸੀਂ ਦੇਖੋ ਨਾ, ਇਹ ਸ਼ਾਇਦ 2000 ਕਰੋੜ ਤੋਂ ਉੱਪਰ ਦਾ ਘੁਟਾਲਾ ਦੱਸਿਆ ਜਾਂਦਾ ਹੈ, ਪਰ ਸਰਕਾਰਾਂ ਵੱਡੇ ਵੱਡੇ ਘੁਟਾਲੇ ਮਤਲਬ ਦਿਖਾ ਦਿੰਦੀ ਹੈ ਕਿ ਅਸੀਂ ਆਹ ਫੜ ਲਿਆ, ਅਸੀਂ ਆਹ ਕਰ ਲਿਆ, ਇੰਨੇ ਦਾ ਘੁਟਾਲਾ। ਇੱਧਰ ਕੋਈ ਧਿਆਨ ਹੀ ਨਹੀਂ ਦੇ ਰਿਹਾ, ਨਾ ਵਿਪਕਸ਼, ਨਾ ਪਕਸ਼, ਨਾ ਵਿਪਕਸ਼, ਤੇ ਨਾ ਜਿਹੜੇ ਨਵੇਂ ਆ ਰਹੇ ਆ ਉਹ ਵੀ। ਦੇਖੋ ਸੰਦੀਪ ਜੀ, ਇਹ ਬੜੀ ਅਫਸੋਸ ਦੀ ਗੱਲ ਹੈ ਕਿ ਜਦੋਂ ਲਾਅ ਨੂੰ ਇਨਫੋਰਸ ਕਰਨ ਵਾਲੀਆਂ ਏਜੰਸੀਜ਼ ਹੀ ਆਪਣੇ ਅੱਖਾਂ ਬੰਦ ਕਰ ਲੈਣ, ਇਨਫੋਰਸਮੈਂਟ ਨਾ ਕਰਨ, ਤਾਂ ਉਸ ਤੋਂ ਜ਼ਿਆਦਾ ਮਾੜਾ ਦਿਨ ਜਿਹੜਾ ਹੈ ਉਹ ਕਦੇ ਵੀ ਕਿਸੇ ਸਿਵਲਾਈਜੇਸ਼ਨ 'ਚ ਨਹੀਂ ਹੋ ਸਕਦਾ। ਰੂਲ ਆਫ ਲਾਅ ਹੈਜ਼ ਟੂ ਪ੍ਰਵੇਲ। ਅਗਰ ਅਸੀਂ ਆਪਣੀ ਜ਼ਿੰਦਗੀ ਨੂੰ, ਲਾਈਫ ਨੂੰ ਇੱਕ ਅੱਛੇ ਢੰਗ ਨਾਲ ਜੀਣਾ ਹੈ ਤਾਂ ਇੱਕ ਡਿਸਿਪਲਿਨ ਔਰ ਰੂਲ ਆਫ ਲਾਅ ਦੀ ਇਨਫੋਰਸਮੈਂਟ ਉਹ ਬਹੁਤ ਜ਼ਰੂਰੀ ਹੈ। ਲਾਅ ਬਣੇ ਹੋਏ ਹੈ, ਮਿਊਨਿਸਪਲ ਬਾਈ ਲਾਜ਼ ਬਣੇ ਹੋਏ ਹੈ, ਉਹਨਾਂ ਨੂੰ ਇੰਪਲੀਮੈਂਟ ਕਰਨਾ ਅਥਾਰਟੀਜ਼ ਦੀ ਜ਼ਿੰਮੇਵਾਰੀ ਹੈ। ਹੁਣ ਜਿੱਦਾਂ ਮੈਂ ਤੁਹਾਨੂੰ ਪਹਿਲੇ ਹੁਣੀ ਦੱਸ ਰਿਹਾ ਸੀ ਕਿ ਇਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਹੈ ਉਹ ਇਸੇ ਕਰਕੇ ਹੀ ਰਾਈਜ਼ ਹੋ ਰਹੀਆਂ ਹੈ। ਸਾਡੀਆਂ ਅਰਬਨਾਈਜੇਸ਼ਨ ਦੇ ਜਿਹੜੇ ਬਾਈ ਲਾਜ਼ ਸੀਗੇ ਉਹਨਾਂ ਨੂੰ ਬਿਲਕੁਲ ਖ਼ਤਮ ਹੀ ਕਰ ਦਿੱਤਾ ਗਿਆ ਹੈ ਔਰ ਉਹਨਾਂ ਦੀ ਕੋਈ ਇੰਪਲੀਮੈਂਟੇਸ਼ਨ ਨਹੀਂ ਹੈ, ਕੋਈ ਇਨਫੋਰਸਮੈਂਟ ਨਹੀਂ ਹੈ। ਜਿੱਥੇ ਮਰਜ਼ੀ ਕੋਈ ਦੁਕਾਨ ਬਣਾ ਲਵੇ, ਜਿੱਥੇ ਮਰਜ਼ੀ ਕੋਈ ਫੈਕਟਰੀ ਖੜੀ ਕਰ ਲਵੇ, ਜਿੱਥੇ ਮਰਜ਼ੀ ਕੋਈ ਆਪਣਾ ਮਾਲ ਖੜਾ ਕਰ ਲਵੇ, ਉਹਦੇ ਕੋਈ ਰਿਸਟ੍ਰਿਕਸ਼ਨ ਹੀ ਹੈ ਨਹੀਂ। ਕੋਈ ਰੈਜ਼ੀਡੈਂਸ਼ੀਅਲ ਏਰੀਆ ਜਿਹੜਾ ਸੀਗਾ ਸਪੈਸੀਫਿਕਲੀ ਕਿ ਵੀ ਇਹ ਰੈਜ਼ੀਡੈਂਸ਼ੀਅਲ ਰਹੂਗਾ, ਉਹ ਰੈਜ਼ੀਡੈਂਸ਼ੀਅਲ ਉਹਦਾ ਨੇਚਰ ਖਤਮ ਹੋ ਗਈ ਹੈ। ਲੋਕਾਂ ਨੂੰ ਆਪਣੇ ਘਰ ਦੇ ਵਿੱਚ ਰਹਿਣ ਦੇ ਲਈ ਜੋ ਸਕੂਨ ਔਰ ਸ਼ਾਂਤੀ ਚਾਹੀਦੀ ਹੈ ਉਹ ਖਤਮ ਹੋ ਚੁੱਕੀ ਹੈ। ਤਾਂ ਇਸ ਚੀਜ਼ਾਂ ਨੂੰ ਦਿਸ ਇਜ਼ ਲੈਕ ਆਫ ਇਨਫੋਰਸਮੈਂਟ ਆਫ ਆਵਰ ਮਿਊਨਿਸਪਲ ਲਾਜ਼, ਜਿਹੜੇ ਕਿ ਬਣਾਏ ਗਏ ਸੀ ਇਸੇ ਕਰਕੇ ਕਿ ਇੱਕ ਸਿਵਲਾਈਜ਼ਡ ਢੰਗ ਨਾਲ, ਇੱਕ ਅਰਬਨ ਪਲੈਨਿੰਗ ਦੇ ਨਾਲ ਸਾਰੀ ਡਿਵੈਲਪਮੈਂਟ ਹੋਵੇ। ਦੂਸਰੀ ਗੱਲ ਜਿਹੜੀ ਮੈਂ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹੂੰਗਾ ਕਿ ਇੱਕ ਹੋਰ ਬਹੁਤ ਵੀ ਅਫਸੋਸ ਵਾਲੀ ਗੱਲ ਹੈ ਕਿ ਇਸ ਤਰੀਕੇ ਨਾਲ ਇੱਕ ਪੋਲੀਟੀਕਲ ਇੱਕ ਸਮਝੋ ਸੋਚ ਬਣ ਗਈ ਹੈ, ਨੈਕਸਸ ਬਣ ਗਿਆ, ਸੋਚ ਬਣ ਗਈ ਹੈ। ਮੈਂ ਕਹੂੰਗਾ ਸੋਚ ਬਣ ਗਈ ਹੈ ਕਿ ਅਗਰ ਕਿਸੇ ਨੇ ਕੋਈ ਉਲੰਘਣਾ ਕੀਤੀ ਹੈ ਉਹਨੂੰ ਮਾਫ ਕਰ ਦਿਓ। ਮੈਂ ਅਗਰ ਕੋਈ ਗਲਤ ਢੰਗ ਦੇ ਨਾਲ ਕੋਈ ਬਿਲਡਿੰਗ ਖੜੀ ਕਰ ਲਈ ਜਿਹੜੀ ਕਿ ਉਸ ਇਲਾਕੇ ਲਈ ਬਹੁਤ ਜ਼ਿਆਦਾ ਨਿਊਸੈਂਸ ਵੈਲਿਊ ਰੱਖਦੀ ਹੈ, ਨੁਕਸਾਨ ਦੇ ਰਹੀ ਹੈ, ਉੱਥੇ ਲੋਕਾਂ ਨੂੰ ਮੁਸ਼ਕਲਾਤਾਂ ਜਿਹੜੀਆਂ ਆ ਰਹੀਆਂ, ਲੇਕਿਨ ਮੇਰੀ ਥੋੜ੍ਹੀ ਬਹੁਤੀ ਪਹੁੰਚ ਹੈ ਤਾਂ ਮੈਂ ਆਪਣੀ ਉਸ ਪਹੁੰਚ ਨੂੰ ਯੂਟਿਲਾਈਜ਼ ਕਰਾਂ, ਐਕਸਪਲੋਇਟ ਕਰਾਂ ਤੇ ਉਹ ਸਾਰੀ ਰੈਗੂਲਰਾਈਜ਼ ਹੋ ਜਾਵੇ। ਬਿਲਕੁਲ ਠੀਕ ਹੈ। ਪਹਿਲੇ ਤਾਂ ਅਸੀਂ ਗਲਤ ਕੰਮ ਕਰੀਏ, ਇਲੀਗਲ ਕੰਮ ਕਰੀਏ, ਇਲੀਗਲ ਤਰੀਕੇ ਨਾਲ ਆਪਣਾ ਮੁਨਾਫਾਖੋਰੀ ਕਰੀਏ, ਫਿਰ ਉਸੇ ਇਲੀਗਲ ਕੰਮਾਂ ਨੂੰ ਆਪਣੇ ਜਿਹੜੇ ਪੋਲੀਟੀਕਲ ਸੈਟਅਪਸ ਦੇ ਵਿੱਚ ਆਪਣੇ ਰਸੂਖ ਵਰਤ ਕੇ ਉਹਨਾਂ ਤੋਂ ਰੈਗੂਲਰਾਈਜ਼ ਕਰਾ ਲਈਏ। ਬਿਲਕੁਲ ਠੀਕ ਹੈ। ਇਹ ਬੜੀ ਮਨਭਾਗੀ ਗੱਲ ਹੈ। ਇਸ ਚੀਜ਼ਾਂ ਹੀ ਸਾਡੀ ਸਿਵਲਾਈਜੇਸ਼ਨ ਨੂੰ ਖਾ ਰਹੀਆਂ, ਖਤਮ ਕਰ ਰਹੀਆਂ। ਸਾਡਾ ਪੋਲੀਟੀਕਲ ਜਿਹੜਾ ਸਤਰ ਹੈ ਉਹ ਇਸ ਕਰਕੇ ਗਿਰ ਰਿਹਾ ਹੈ ਕਿ ਅਸੀਂ ਗਲਤ ਨੂੰ ਗਲਤ ਕਹਿਣਾ ਭੁੱਲ ਗਏ ਹਾਂ। ਅਸੀਂ ਚੋਰ ਨੂੰ ਚੋਰ ਕਹਿਣਾ ਭੁੱਲ ਗਏ ਹਾਂ। ਅਸੀਂ ਚੋਰ ਨੂੰ ਮਾਫ ਕਰਨ ਲਈ ਉਹ ਤੋਂ ਜ਼ਿਆਦਾ ਉਤਾਵਲੇ ਹਾਂ। ਮੈਂ ਇਹਦੇ ਵਿੱਚ ਇੱਕ ਚੀਜ਼ ਐਡ ਕਰਨਾ ਚਾਹਾਂਗਾ। ਇਹ ਨਹੀਂ ਹੋ ਗਿਆ ਕਿ ਹੁਣ ਤਾਂ ਜਿਹੜੇ ਤੁਹਾਡੇ ਆਸੇ-ਪਾਸੇ ਦੇ ਸੁਸਾਇਟੀ ਹੈ, ਸਮਾਜ ਹੈ, ਉਸ 'ਚ ਸ਼ਾਨ ਹੀ ਮਤਲਬ ਪਾਰਟੀਆਂ ਦੀ ਜਾਂ ਉਸ ਸੁਸਾਇਟੀ ਦੀ ਸਭਾਵਾਂ ਦੀ ਸ਼ਾਨ ਹੀ ਚੋਰ ਬਣ ਗਏ। ਉਹੀ ਮੈਂ ਗੱਲ ਕਹਿ ਰਿਹਾ। ਦੇਖੋ, ਲਾਅ ਨੂੰ ਜਿਹੜਾ ਵਾਇਲੇਟ ਕਰਦਾ ਹੈ ਉਹ ਵਾਇਲੇਸ਼ਨ ਜਿਸ ਤਰ੍ਹਾਂ ਦੀ ਮਰਜ਼ੀ ਹੋਵੇ ਉਹ ਵਾਇਲੇਟਰ ਹੈ, ਉਹ ਇੱਕ ਗਲਤ ਹੈ ਉਹਦੇ ਲਈ। ਲੇਕਿਨ ਉਸ ਗਲਤੀ ਨੂੰ ਗਲਤੀ ਕਹਿਣ ਵਾਲਾ ਕੋਈ ਨਹੀਂ ਰਿਹਾ।
ਅਗਰ ਕੋਈ ਗਲਤੀ ਕਰ ਰਿਹਾ ਹੈ, ਚਾਹੇ ਦੇਖੋ ਤੁਸੀਂ ਸੜਕ ਤੇ ਚੱਲਦੇ ਹੋਏ ਤੁਸੀਂ ਕਾਨੂੰਨ ਤੋੜਦੇ ਹੋ, ਤੁਸੀਂ ਕੰਸਟਰਕਸ਼ਨ ਕਰਦੇ ਹੋਏ ਕਾਨੂੰਨ ਤੋੜਦੇ ਹੋ, ਤੁਸੀਂ ਕੋਈ ਹੋਰ ਆਪਣਾ ਵਿਵਸਾਏ ਆਪਣਾ ਕਾਰੋਬਾਰ ਕਰਦੇ ਕਾਨੂੰਨ ਤੋੜਦੇ ਹੋ। ਉਹ ਕਾਨੂੰਨ ਤੋੜਨ ਦਾ ਜਿਹੜਾ ਤੁਹਾਨੂੰ ਕੋਈ ਵੀ ਡਰ, ਜੁਰਮਾਨਾ, ਕੋਈ ਡੈਟਰੈਂਟ, ਕੋਈ ਐਕਸ਼ਨ ਕਾਨੂੰਨ ਦੀ ਇਨਫੋਰਸਮੈਂਟ ਕਰਨ ਵਾਲੀਆਂ ਏਜੰਸੀਆਂ ਵੱਲੋਂ ਹੋਣਾ ਚਾਹੀਦਾ ਹੈ, ਉਹ ਹੈ ਹੀ ਨਹੀਂ। ਉਹ ਰਾਦਰ ਉਹ ਏਜੰਸੀਆਂ ਹੀ ਕਹਿੰਦੀਆਂ ਕਿ ਚਲੋ ਜੇ ਕਾਨੂੰਨ ਤੋੜਤਾ ਤਾਂ ਕੋਈ ਗੱਲ ਨਹੀਂ, ਤੁਹਾਡੀ ਮਾਫੀ, ਤੁਹਾਨੂੰ ਛੂਟ, ਤੁਸੀਂ ਜੋ ਮਰਜ਼ੀ ਕਰ ਲਿਆ ਹੋਵੇ, ਉਹ ਸਾਰਾ ਕੁਝ ਖਤਮ। ਸੋ ਇਸ ਕਰਕੇ ਉਹ ਜਿਹੜਾ ਡਰ ਸੀਗਾ ਕਾਨੂੰਨ ਨੂੰ ਤੋੜਨ ਦਾ, ਉਹੀ ਖਤਮ ਹੁੰਦਾ ਜਾ ਰਿਹਾ। ਇਹ ਜਿਹੜਾ ਇੱਕ ਤਰ੍ਹਾਂ ਦੀ ਜਿਹੜੀ ਸੋਚ ਬਣ ਗਈ ਹੈ, ਇੱਕ ਤਰ੍ਹਾਂ ਦਾ ਟ੍ਰੈਂਡ ਬਣ ਗਿਆ ਹੈ, ਉਹ ਬੜਾ ਖਤਰਨਾਕ ਹੈ। ਉਹ ਸਿਵਲਾਈਜੇਸ਼ਨ ਨੂੰ ਡੈਮੇਜ ਕਰਨ ਵਾਲਾ ਹੈ। ਮੈਂ ਤੁਹਾਨੂੰ ਛੋਟੇ ਛੋਟੇ ਐਗਜ਼ਾਮਪਲਸ ਦੇ ਸਕਦਾ ਕਿ ਅਸੀਂ ਦੇਖੋ ਇਲੀਗਲ ਕਾਲੋਨੀਜ਼ ਖੜੀਆਂ ਕਰ ਲਈਆਂ, ਉਸ ਕਾਲੋਨੀਜ਼ ਨੂੰ ਖੜੇ ਕਰਨ ਤੋਂ ਬਾਅਦ ਅਸੀਂ ਕਾਨੂੰਨ ਕਾਹਦੇ ਲਈ ਸੀ ਬਣਾਏ? ਇਸੇ ਕਰਕੇ ਬਣਾਏ ਸੀ ਨਾ ਕਿ ਇਹ ਚੀਜ਼ਾਂ ਨਾ ਹੋਣ, ਕਿਉਂਕਿ ਉਹ ਕਾਨੂੰਨ ਇਸ ਕਰਕੇ ਬਣਾਏ ਸੀ ਕਿ ਇਹ ਚੀਜ਼ਾਂ ਜਿਸ ਢੰਗ ਨਾਲ ਹੋਣੀਆਂ ਚਾਹੀਦੀਆਂ ਉਹਦੇ ਨਾਲ ਹੀ ਇੱਕ ਪ੍ਰੋਪਰ, ਇੱਕ ਲਾਫੁਲ, ਇੱਕ ਸਿਸਟਮੈਟਿਕ ਡਿਵੈਲਪਮੈਂਟ ਹੋਏਗੀ। ਅਸੀਂ ਉਸ ਉਲੰਘਣਾ ਨੂੰ ਅੱਜ ਕਹਿੰਦੇ ਆ ਕਿ ਚਲ ਕੋਈ ਨਹੀਂ, ਜੇ ਤੁਸੀਂ ਉਲੰਘਣਾ ਕਰ ਲਿਆ ਭਾਈ ਛੱਡ ਦਿਓ, ਮਾਫ ਹੋ ਗਏ। ਇਹਦਾ ਮਤਲਬ ਅਸੀਂ ਆਪ ਹੀ ਮੰਨ ਗਏ ਕਿ ਭਾਈ ਸਾਡੀ ਸਿਸਟਮੈਟਿਕ ਡਿਵੈਲਪਮੈਂਟ ਨਹੀਂ ਅਸੀਂ ਕਰਨੀ, ਅਸੀਂ ਇਹ ਹੈਪੈਜ਼ਰਡ ਹੀ ਰਹਿਣ ਦੇਣੀ ਹੈ, ਜਿੱਦਾਂ ਮਰਜ਼ੀ ਜੋ ਮਰਜ਼ੀ ਬਣ ਜਾਵੇ। ਇਸੇ ਕਰਕੇ ਪ੍ਰੋਬਲਮਸ ਆਉਂਦੀਆਂ, ਇਸੇ ਕਰਕੇ ਟ੍ਰੈਫਿਕ ਕੰਜੈਸ਼ਨਸ ਆਉਂਦੀਆਂ, ਪਾਰਕਿੰਗ ਦੀ ਕਿਤੇ ਕੋਈ ਜਗ੍ਹਾ ਨਹੀਂ ਬਣਦੀ, ਬਿਲਡਿੰਗਾਂ ਤੇ ਬਿਲਡਿੰਗਾਂ ਖੜੀਆਂ ਹੋ ਰਹੀਆਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰੇਕ ਚੀਜ਼ਾਂ ਕਨੈਕਟਡ ਹੈ ਆਪਣੀ ਸੋਚ ਨਾਲ। ਡਿਸਿਪਲਿਨ, ਐਨਫੋਰਸਮੈਂਟ ਆਫ ਲਾਅ ਜਦੋਂ ਤੱਕ ਅਸੀਂ ਸਮਝਾਂਗੇ, ਨਹੀਂ ਜਾਣਾਂਗੇ ਕਿ ਇਹ ਜ਼ਰੂਰੀ ਹੈ ਸਾਡੇ ਲਈ, ਉਦੋਂ ਤੱਕ ਸਾਡੀ ਡਿਵੈਲਪਮੈਂਟ ਜਿਹੜੀ ਹੈ ਉਹ ਕਰਨੀ ਵੀ ਮੁਸ਼ਕਲ ਹੈ, ਔਰ ਜੇ ਥੋੜੀ ਬਹੁਤੀ ਕਰਾਂਗੇ ਵੀ ਤਾਂ ਉਹਦਾ ਕੋਈ ਬਹੁਤਾ ਅਸਰ ਵੀ ਨਹੀਂ ਹੋਣਾ। ਠੀਕ ਹੈ, ਥੈਂਕ ਯੂ ਸਰ, ਥੈਂਕ ਯੂ। ਸੋ ਦੋਸਤੋ, ਇਹ ਸੀਗੇ ਪੀਯੂਸ਼ ਕਾਂਤ ਜੈਨ ਜੀ। ਇਹਨਾਂ ਨੇ ਬੜਾ ਕਲੀਅਰ ਕੱਟ ਕੀਤਾ ਹੈ ਕਿ ਆਲਰੇਡੀ ਵਿਜੀਲੈਂਸ ਜਿਹੜਾ ਹੈਗਾ ਨਿਊ ਹਾਈ ਸਕੂਲ ਦੇ ਵਿੱਚ ਆਪਣਾ ਕਦਮ ਚੱਕ ਚੁੱਕਾ ਹੈਗਾ। ਆਲਰੇਡੀ ਉਹਨਾਂ ਟਾਈਮ ਵੀ ਹੋ ਚੁੱਕਾ ਹੈ, ਇੱਕ ਐਪਰੋਪਰੀਏਟ ਟਾਈਮ ਵੀ ਹੋ ਚੁੱਕਾ ਹੈ। ਜੇ ਵਿਜੀਲੈਂਸ ਇਸ 'ਤੇ ਵਿਜੀਲੈਂਸ ਦੀ ਕੀਤੀ ਹੋਈ ਕਾਰਵਾਈ ਜਾਂ ਚੁੱਕੇ ਹੋਏ ਕਦਮ 'ਤੇ ਜੇ ਇੰਪਰੂਵਮੈਂਟ ਟਰਸਟ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਜਾਂ ਅੱਗੇ ਕਾਰਵਾਈ ਨਹੀਂ ਪਾਈ ਜਾਂਦੀ, ਤਾਂ ਜਿਹੜੇ ਰਾਜੇਸ਼ ਗੁਪਤਾ ਜੀ ਹੈਗੇ NGO ਦੇ, ਉਹਨਾਂ ਕੋਲ ਇੱਕ ਐਪਰੋਪਰੀਏਟ ਟਾਈਮ ਰੀਜ਼ਨ ਆ ਚੁੱਕਾ ਹੈਗਾ ਕਿ ਉਹ ਮਾਨਨੀ ਹਾਈ ਕੋਰਟ ਦੇ ਵਿੱਚ ਇਸ ਸਬਜੈਕਟ ਨੂੰ ਲੈ ਕੇ ਮੂਵ ਕਰਨ। ਉੱਥੇ ਇਹਨਾਂ ਨੇ ਇਹ ਵੀ ਦੱਸਿਆ ਕਿ ਕਿਤੇ ਨਾ ਕਿਤੇ ਅੱਜ ਸੁਸਾਇਟੀ ਦੇ ਵਿੱਚ ਜਿਹੜਾ ਇੱਕ ਗਲਤ ਬਿਹੇਵੀਅਰ ਪੈਦਾ ਹੁੰਦਾ ਜਾ ਰਿਹਾ ਕਿ ਗਲਤ ਨੂੰ ਗਲਤ ਕਹਿਣਾ ਵੀ ਮੁਸ਼ਕਿਲ ਹੋ ਗਿਆ, ਚੋਰ ਨੂੰ ਚੋਰ ਕਹਿਣਾ ਮੁਸ਼ਕਿਲ ਹੋ ਗਿਆ। ਇਹ ਸਾਡੇ ਤੁਹਾਡੇ ਲਈ ਹੀ ਆਉਣ ਵਾਲੇ ਫਿਊਚਰ ਦੇ ਵਿੱਚ ਨਾਸੂਰ ਬਣਦਾ ਜਾ ਰਿਹਾ ਹੈ। ਅੱਜ ਹਾਲਾਤ ਇੱਦਾਂ ਦੇ ਹੋ ਗਏ ਹੈ ਕਿ ਇਸੇ ਲਈ ਸ਼ਾਇਦ ਕੁਝ ਯੰਗਸਟਰਸ, ਕੁਝ ਨਹੀਂ ਮੈਕਸਿਮਮ ਯੰਗਸਟਰ ਸ਼ਾਇਦ ਇਸ ਦੇਸ਼ 'ਚ ਰਹਿਣਾ ਹੀ ਨਹੀਂ ਚਾਹੁੰਦੇ, ਕਿਉਂਕਿ ਉਹਨਾਂ ਨੂੰ ਇੱਥੇ ਆਪਣਾ ਫਿਊਚਰ ਨਹੀਂ ਨਜ਼ਰ ਆਉਂਦਾ। ਸੋ ਜੇ ਆਪਣੇ ਬੱਚਿਆਂ ਨੂੰ ਔਰ ਆਪਣੀ ਆਉਣ ਵਾਲੀ ਪੀੜ੍ਹੀਆਂ ਨੂੰ ਆਪਾਂ ਚਾਹੁੰਦੇ ਹਾਂ ਕਿ ਉਹ ਸਾਡੇ ਕੰਟਰੀ ਦੇ ਵਿੱਚ ਹੀ ਰਹਿਣ, ਤਾਂ ਸਾਨੂੰ ਗਲਤ ਨੂੰ ਗਲਤ ਕਹਿਣ ਦੀ ਆਦਤ ਪਾਉਣੀ ਪਏਗੀ। ਜਿੱਦਾਂ ਕਿ ਮੈਨੂੰ ਯਾਦ ਆ ਗਿਆ, ਸਾਡੇ ਲੁਧਿਆਣੇ ਸ਼ਹਿਰ ਦੇ ਮੰਤਰੀ ਸਾਹਿਬ ਵੀ ਕਹਿੰਦੇ ਕਿ ਲਿਹਾਜ਼ ਛੱਡਣੀ ਪਏਗੀ। ਸੋ ਲਿਹਾਜ਼ ਛੱਡੋ ਅਤੇ ਗਲਤ ਨੂੰ ਗਲਤ ਕਹੋ, ਤਾਂ ਹੀ ਸਮਾਜ ਦਾ ਸੁਧਾਰ ਹੋਏਗਾ। ਕਿਤੇ ਨਾ ਕਿਤੇ ਅਸੀਂ ਵੀ ਇਸ 'ਚ ਸ਼ਾਮਲ ਹੈਗੇ, ਮੈਂ ਵੀ ਸ਼ਾਮਲ ਹਾਂ ਅਤੇ ਤੁਸੀਂ ਵੀ ਸ਼ਾਮਲ ਹੋ। ਸੋ ਇੱਦਾਂ ਹੀ ਵੱਖ-ਵੱਖ ਮੁੱਦਿਆਂ 'ਤੇ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ। ਦੇਖਦੇ ਰਹੋ, ਬਣੇ ਰਹੋ ਜਨ ਹਿਤੈਸ਼ੀ। ਧੰਨਵਾਦ।